ਸੋ +1 ਕਲਾਸ ਕਿ ਉਮੀਦ ਹੈ ਕਿ ਤੁਸੀਂ ਜੋ ਸੈਟਰਡੇ ਵਾਲੀ ਵੀਡੀਓ ਹੈ ਉਹਨੂੰ ਧਿਆਨ ਦੇ ਨਾਲ ਸੁਣ ਲਿਆ ਹੋਵੇਗਾ। ਔਰ ਵੀ ਆਰ ਡੂਇੰਗ 4 ਫੀਲਡਸ ਆਫ ਸਿਸਟਮੈਟਿਕਸ। ਸੋ ਉਹਦੇ ਵਿੱਚ ਆਈਡੈਂਟੀਫਿਕੇਸ਼ਨ ਐਕਸਪਲੇਨ ਕਰ ਦਿੱਤਾ ਗਿਆ, ਕਲਾਸੀਫਿਕੇਸ਼ਨ ਨੂੰ ਐਕਸਪਲੇਨ ਕਰ ਦਿੱਤਾ ਗਿਆ ਐਂਡ ਦਾ ਥਰਡ ਫੀਲਡ ਇਜ਼ ਨੋਮਨਕਲੇਚਰ। ਓਕੇ, ਸੋ ਜਿਹਦੀ ਡੈਫੀਨੇਸ਼ਨ ਹੀ ਸਿਰਫ ਦੱਸੀ ਗਈ ਸੀ। ਸੋ ਨੋਮਨਕਲੇਚਰ ਦਾ ਕੀ ਹੈ ਕਿ ਔਰਗੈਨਿਜ਼ਮਸ ਨੂੰ ਕੀ ਕਰਨਾ ਹੈ, ਉਹਨਾਂ ਨੂੰ ਨੇਮ ਦੇਣਾ ਹੈ ਨਾ, ਉਹਨਾਂ ਨੂੰ ਪ੍ਰੋਪਰ ਨੇਮ ਦੇਣਾ, ਠੀਕ ਹੈ, ਤਾਂ ਹੀ ਉਹਨਾਂ ਦੀ ਸਹੀ ਤਰੀਕੇ ਦੇ ਨਾਲ ਕਲਾਸੀਫਿਕੇਸ਼ਨ ਕੀਤੀ ਜਾ ਸਕਦੀ ਹੈ। ਠੀਕ ਹੈ, ਸੋ ਨੇਮਸ ਜਿਹੜੇ ਹੈਗੇ ਆ ਉਹ ਦੋ ਤਰ੍ਹਾਂ ਦੇ ਹੋ ਸਕਦੇ ਆ, ਕਾਮਨ ਨੇਮ ਐਂਡ ਦਾ ਸਾਇੰਟੀਫਿਕ ਨੇਮ। ਓਕੇ, ਸੋ ਫਿਰ ਕੀ ਜ਼ਰੂਰਤ ਪਈ ਹੈ ਸਾਇੰਟੀਫਿਕ ਨੇਮ ਦੀ? ਕਾਮਨ ਨੇਮ ਦੇ ਚਾਹੇ ਇਹਨਾਂ ਨੂੰ ਹੋਰ ਕੀ ਕਹਿੰਦੇ ਆ, ਕਾਮਨ ਨੇਮਸ ਨੂੰ ਨਾ ਵਰਨੈਕੂਲਰ ਨੇਮਸ ਵੀ ਕਹਿੰਦੇ ਆ। ਤੁਸੀਂ ਆਪਣੀ ਰਫ ਨੋਟਬੁੱਕ ਦੇ ਉੱਤੇ ਜਾਂ ਫਿਰ ਜਿੱਥੇ ਤੁਸੀਂ ਨੋਟਸ ਬਣਾ ਰਹੇ ਹੋ, ਸੋ ਇਹ ਗੱਲ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਦੱਸ ਦਿੱਤੀ ਸੀ, ਇੱਕ ਵਾਰੀ ਮੈਂ ਫਿਰ ਦੱਸ ਦੇਣਾ ਚਾਹੁੰਦੀ ਹਾਂ। ਕੁਛ ਬੱਚੇ ਹਜੇ ਵੀ ਮੈਨੂੰ ਫੋਨ ਕਰਕੇ ਮੈਸੇਜ ਕਰਕੇ ਪੁੱਛਦੇ ਆ ਕਿ ਮੈਡਮ ਇਹ ਨੋਟਸ ਇਹ ਕਿੱਥੇ ਲਿਖਣਾ? ਠੀਕ ਹੈ, ਸੋ ਮੈਂ ਤੁਹਾਨੂੰ ਪਹਿਲਾਂ ਵੀ ਬੱਚੇ ਸ਼ੁਰੂ 'ਚ ਦੱਸ ਦਿੱਤਾ ਸੀ। ਠੀਕ, ਸੋ ਕਿ ਵੀ ਜਿਹੜੇ ਕੁਐਸਚਨਸ ਤੁਹਾਨੂੰ ਸੈਂਡ ਕੀਤੇ ਜਾਂਦੇ ਆ, ਸਿਰਫ ਨੋਟਬੁੱਕ ਤੁਸੀਂ ਉਹਨਾਂ ਦੀ ਹੀ ਬਣਾਉਣੀ ਹੈ ਅਤੇ ਉਨਿਆਂ ਦੀ ਹੀ ਬਣਾਉਣੀ ਹੈ। ਰਿਟਨ ਵਰਕ ਫਾਲਤੂ ਨਹੀਂ ਕਰਨਾ ਆਪਣੇ ਕੋਲੋਂ। ਜੇਕਰ ਤੁਸੀਂ ਕਰਦੇ ਰਹੋਗੇ ਤਾਂ ਉਹ ਤੁਹਾਡੇ ਲਈ ਬਰਡਨ ਵਧੇਗਾ। ਜਿਹੜੇ ਕੁਐਸਚਨ ਸੈਂਡ ਕੀਤੇ ਜਾਂਦੇ ਸਿਰਫ ਉਹੀ ਕੁਐਸਚਨ ਲਿਖਣੇ ਆ। ਠੀਕ ਹੈ, ਸੋ ਉਹ ਤੁਹਾਡੀ ਨੌਲੇਜ ਨੂੰ ਇਨਕਰੀਜ਼ ਕਰਨ ਦੇ ਲਈ ਜਿਹੜੇ ਹੋਰ ਕੋਈ ਕੁਐਸਚਨ ਮੈਂ ਸੈਂਡ ਕਰਿਆ ਕਰਾਂਗੇ ਉਹਦੇ ਆਨਸਰ ਤੁਸੀਂ ਖੁਦ ਲੱਭਿਆ ਕਰੋਗੇ, ਹੈ ਨਾ, ਟੋਪਿਕ ਕਰਵਾਉਣ ਤੋਂ ਬਾਅਦ, ਹੈ ਨਾ। ਇਹ ਕੰਮ ਪਰ ਅਸੀਂ ਬਾਅਦ ਦੇ ਵਿੱਚ ਸ਼ੁਰੂ ਕਰਾਂਗੇ, ਹਜੇ ਤੱਕ ਪਹਿਲਾਂ ਖੁਦ ਮੈਂ ਕੁਛ ਕਰਵਾ ਲਵਾਂ ਤੁਹਾਨੂੰ, ਕਿਉਂਕਿ ਦਿਸ ਇਜ਼ ਦਾ ਚੈਪਟਰਸ ਆਰ ਨਿਊ ਫॉर ਯੂ, ਹੈ ਨਾ। ਸੋ ਹਜੇ ਤੱਕ ਕਰ ਤਾਂ ਲਈਏ ਇੱਕ ਚੈਪਟਰ, ਫਿਰ ਅਸੀਂ ਇਹ ਸ਼ੁਰੂ ਕਰਾਂਗੇ ਵੀ ਤੁਹਾਨੂੰ ਵੀ ਕੁਐਸਚਨ ਦਿਆ ਕਰਾਂਗੇ, ਓਬਜੈਕਟਿਵ ਟਾਈਪ ਦੇ ਦਿਆ ਕਰਾਂਗੇ ਦੈਟ ਯੂ ਹੈਵ ਟੂ ਫਾਈਂਡ ਦਾ ਆਨਸਰ। ਓਕੇ, ਪਰ ਫਿਲਹਾਲ ਬੁੱਕਸ ਵੀ ਨਹੀਂ ਹੈ ਬੱਚਿਆਂ ਕੋਲ ਹਜੇ ਤੱਕ, ਤੋਂ ਮੈਂ ਕੁਐਸਚਨ ਭੇਜਦੀ ਹਾਂ ਜਿਹੜੇ ਉਹਦਾ ਰਿਟਨ ਵਰਕ ਕਰਨਾ। ਜੇਕਰ ਤੁਸੀਂ ਨੋਟਸ ਬਣਾਉਣਾ ਚਾਹੁੰਦੇ ਹੋ ਫਰੋਮ ਦਾ ਬੁੱਕ, ਫਰੋਮ ਦਾ ਵੀਡੀਓ, ਠੀਕ ਹੈ, ਸੋ ਦੈਟ ਸ਼ੁੱਡ ਬੀ ਔਨ ਸੈਪਰੇਟ ਨੋਟਬੁੱਕ। ਉਹਦੇ ਉੱਤੇ ਤੁਸੀਂ ਨੋਟ ਕਰਕੇ ਰੱਖ ਸਕਦੇ ਹੋ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ। ਠੀਕ ਹੈ, ਕਿ ਕਾਮਨ ਨੇਮ ਨੂੰ ਹੋਰ ਕੀ ਅਸੀਂ ਕਹਿੰਦੇ ਹਾਂ, ਵਰਨੈਕੂਲਰ ਨੇਮਸ ਕਹਿੰਦੇ ਹਾਂ, ਹੈ ਨਾ। ਸੋ ਤੁਸੀਂ ਐਡਵਾਂਟੇਜਿਸ ਮੈਂ ਤੁਹਾਨੂੰ ਕਰਵਾ ਦਿੱਤੇ ਸੀਗੇ, ਮੈਂ ਇੱਕ ਵਾਰੀ ਫਿਰ ਤੋਂ ਦੁਬਾਰਾ ਬੋਲ ਦਿੰਦੀ ਹਾਂ ਨਾ ਕਿ ਵਰਨੈਕੂਲਰ ਨੇਮਸ ਜਿਹੜੇ ਹੁੰਦੇ ਆ, ਠੀਕ ਹੈ, ਬਚਪਨ ਤੋਂ ਹੀ ਨਾਮ ਪੈ ਜਾਂਦਾ। ਜਿੱਦਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਵੀ ਦੇਖਿਆ ਹੋਣਾ, ਠੀਕ ਹੈ, ਚਾਹੇ ਬੱਚੇ ਦਾ ਨਾਮ ਸਕੂਲ ਦੇ ਵਿੱਚ ਮੰਨ ਲਓ ਫਿਰ ਉਹੀ ਗੱਲ ਕਿ ਮਨਪ੍ਰੀਤ ਕੌਰ ਹੈਗਾ, ਹੈ ਨਾ, ਪਰ ਘਰ ਦੇ ਵਿੱਚ ਹੋ ਸਕਦਾ ਕਿ ਉਹਨੂੰ ਕੀ ਕਹਿੰਦੇ ਹੋਣ, ਭੋਲੂ ਕਹਿੰਦੇ ਹੋਣ, ਹੈ ਨਾ। ਪਿਆਰ ਦੇ ਨਾਲ ਕਈ ਅਸੀਂ ਨੇਮ ਆਪਣੇ ਬੱਚਿਆਂ ਦੇ ਰੱਖ ਲੈਂਦੇ ਹਾਂ, ਹੈ ਨਾ। ਠੀਕ ਹੈ, ਸੋ ਗੋਲੂ, ਭੋਲੂ, ਹੈ ਨਾ, ਇਸ ਤਰੀਕੇ ਦੇ ਨਾਲ ਪੇਰੈਂਟਸ ਕੁਛ ਵੀ ਆਪਣੇ ਬੱਚਿਆਂ ਦਾ ਨਾਮ ਰੱਖ ਸਕਦੇ ਆ। ਸੋ ਆਸਾਨ ਹੈ ਇਹਨਾਂ ਨੂੰ ਲਰਨ ਕਰਨਾ, ਠੀਕ ਹੈ, ਬੋਲਣਾ ਆਸਾਨ ਹੈ, ਲਿਖਣਾ ਆਸਾਨ ਹੁੰਦਾ। ਕਾਮਨ ਨੇਮਸ ਨੂੰ ਛੋਟੇ ਹੀ ਹੁੰਦੇ ਆ, ਦੇਖੋ ਜਦੋਂ ਮੈਂ ਤੁਹਾਨੂੰ ਕਿਹਾ ਭੋਲੂ, ਗੋਲੂ, ਲੱਡੂ, ਹੈ ਨਾ, ਹੁੰਦੇ ਆ ਨੇਮ ਇਸ ਤਰ੍ਹਾਂ। ਠੀਕ, ਸੋ ਇਹ ਛੋਟੇ ਹੀ ਨੇਮ ਹੁੰਦੇ ਆ, ਫੈਮੀਲੀਅਰ ਹੁੰਦੇ ਆ, ਬਚਪਨ ਤੋਂ ਹੀ ਪਤਾ ਹੁੰਦਾ ਸਾਰਿਆਂ ਨੂੰ ਕਿ ਹਾਂਜੀ ਜੀ ਇਹਦਾ ਇਹ ਇੱਕ ਕਾਮਨ ਜਿਹਾ ਨੇਮ ਹੈਗਾ, ਹੈ ਨਾ। ਠੀਕ ਹੈ, ਸੋ ਹੋਰ ਇੱਕ ਇਹ ਵੀ ਖਾਸੀਅਤ ਹੈਗੀ ਹੈ ਕਿ ਕਾਮਨ ਨੇਮਸ ਨਾ ਕਈ ਵਾਰੀ ਤੁਹਾਨੂੰ ਕੀ ਰਿਪਰੈਜ਼ੈਂਟ ਕਰਦੇ ਆ, ਕਿਸੇ ਔਰਗੈਨਿਜ਼ਮ ਦੇ ਕਰੈਕਟਰਿਸਟਿਕ ਨੂੰ ਰਿਪਰੈਜ਼ੈਂਟ ਕਰਦੇ ਆ। ਜਿਸ ਤਰ੍ਹਾਂ ਅਸੀਂ ਚਿੜੀ ਅਸੀਂ ਉਸ ਛੋਟੀ ਜਿਹੀ ਸਪੈਰੋ ਜਿਹੜੀ ਹੈਗੀ ਆ, ਹੈ ਨਾ, ਉਹਨੂੰ ਅਸੀਂ ਕਹਿ ਦਿੰਦੇ ਕਿ ਚਿੜੀ ਹੈ, ਕਿਉਂਕਿ ਉਹ ਕੀ ਕਰਦੀ ਹੈ, ਚਰਪਿੰਗ ਕਰਦੀ ਹੈ, ਚੀਂ 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 ਕਰਦੀ ਹੈ। ਇਸੇ ਤਰੀਕੇ ਦੇ ਨਾਲ ਅਸੀਂ ਇੱਕ ਪਲਾਂਟ ਨੂੰ ਡੋਡਹਾਕ ਪਲਾਂਟ ਕਹਿ ਸਕਦੇ ਹੈਗੇ ਹਾਂ, ਹੈ ਨਾ, ਕਿਉਂਕਿ ਪ੍ਰੋਡਿਊਸ ਕਰਦਾ ਦੁੱਧ। ਨੇਮ ਦੇ ਵਿੱਚ ਜਿੱਦਾਂ ਆ ਰਿਹਾ ਨਾ ਦੋਦਹਾਕ, ਹੈ ਨਾ। ਸੋ ਇਹ ਕੀ ਹੈ ਕਿ ਵੀ ਉਹ ਮਿਲਕ ਵਰਗਾ ਇੱਕ ਵਾਈਟ ਕਲਰ ਦਾ ਫਲੂਇਡ ਪ੍ਰੋਡਿਊਸ ਕਰ ਰਿਹਾ, ਇਸ ਕਰਕੇ ਅਸੀਂ ਉਹਦਾ ਕਾਮਨ ਨੇਮ ਕੀ ਰੱਖ ਸਕਦੇ ਹਾਂ, ਦੁੱਧਹਾਕ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਕਰੈਕਟਰਿਸਟਿਕ, ਪਰਟੀਕੂਲਰ ਕਰੈਕਟਰਿਸਟਿਕ ਦੇ ਬਾਰੇ 'ਚ ਸਾਨੂੰ ਦੱਸ ਰਹੇ ਆ, ਉਹਦੇ ਤੋਂ ਵੀ ਕਾਮਨ ਨੇਮ ਹੋ ਸਕਦੇ ਹੈ। ਬਟ ਦੇਅਰ ਆਰ 7 ਔਰ 8 ਡਰਾਬੈਕਸ ਔਰ ਡਿਸਐਡਵਾਂਟੇਜਿਸ ਹੈ ਕਾਮਨ ਨੇਮ ਦੇ, ਜਿਹਦੇ ਕਰਕੇ ਫਿਰ ਕਿਹਦੀ ਜ਼ਰੂਰਤ ਪਈ ਹੈ, ਸਾਇੰਟੀਫਿਕ ਨੇਮਸ ਦੀ। ਤਾਂ ਅੱਜ ਅਸੀਂ ਕੀ ਪੜ੍ਹਨੇ, ਡਿਸਐਡਵਾਂਟੇਜਿਸ ਔਰ ਡਰਾਬੈਕਸ ਪੜ੍ਹਾਂਗੇ ਕਾਮਨ ਨੇਮਸ ਦੇ, ਤੇ ਫਿਰ ਸਿਸਟਮ ਆਫ ਸਾਇੰਟੀਫਿਕ ਨੇਮਸ ਕਿ ਹਾਊ ਵੀ ਕੈਨ ਗਿਵ scientific names. There are rules for the scientific name, है ना, so that is in detail. So this comes under the topic nomenclature. Okay, ਨਾ ਡਰਾਬੈਕਸ ਕੀ ਹੈਗੇ ਆ? ਸਭ ਤੋਂ ਪਹਿਲਾਂ ਤੁਹਾਡੇ ਕੋਲ ਡਰਾਬੈਕ ਆ ਗਿਆ ਇਨਸਫੀਸ਼ੈਂਸੀ। ਠੀਕ ਹੈ, ਸੋ ਕਾਮਨ ਨੇਮਸ ਜਿਹੜੇ ਹੈਗੇ ਆ ਸਫੀਸ਼ੈਂਟ ਨਹੀਂ ਹੈਗੇ, ਇਨਸਫੀਸ਼ੈਂਟ ਹੈ ਨਾ। ਬਹੁਤ ਸਾਰੇ ਐਨੀਮਲਸ ਅਤੇ ਜਿਹੜੇ ਪਲਾਂਟਸ ਹੈਗੇ ਆ, ਸੋ ਹਿਊਮਨ ਬੀਇੰਗਸ ਦੇ ਆਲੇ ਦੁਆਲੇ ਵਿੱਚ ਹੈ, ਠੀਕ ਹੈ ਨਾ। ਸੋ ਉਹਨਾਂ ਨੂੰ ਕੋਈ ਨਾਮ ਹੀ ਕਈ ਵਾਰੀ ਨਹੀਂ ਦਿੱਤਾ ਜਾਂਦਾ। ਬਹੁਤ ਸਾਰੇ ਛੋਟੇ ਛੋਟੇ ਖਾਸ ਤੌਰ 'ਤੇ ਜਿਹੜੇ ਕ੍ਰੀਏਚਰਸ ਹੈਗੇ ਨੇ, ਠੀਕ ਹੈ, ਸੋ ਇਨਸਿਗਨੀਫੀਕੈਂਟ ਹੈ ਨਾ, ਸਾਨੂੰ ਪਤਾ ਹੀ ਨਹੀਂ ਹੈ ਕਿ ਆਲੇ ਦੁਆਲੇ ਦੇ ਵਿੱਚ ਸਾਡੇ ਕੋਲ ਇੰਨੇ ਜ਼ਿਆਦਾ ਹੋਰ ਵੀ ਔਰਗੈਨਿਜ਼ਮਸ ਹੈਗੇ ਆ, ਜਿਵੇਂ ਕਿ ਮਾਈਕਰੋਸਕੋਪਿਕ ਔਰਗੈਨਿਜ਼ਮਸ ਹੈ ਨਾ। ਠੀਕ ਹੈ, ਸੋ ਉਹਨਾਂ ਦੇ ਬਾਰੇ 'ਚ ਸਾਨੂੰ ਪਤਾ ਹੀ ਨਹੀਂ ਹੈ, ਉਹਨਾਂ ਦੀ ਨੇਮਿੰਗ ਹੀ ਨਹੀਂ ਕੀਤੀ ਜਾ ਸਕਦੀ। ਮਲਟੀਪਲੀਸਿਟੀ, ਹੈ ਨਾ, ਮਲਟੀਪਲੀਸਿਟੀ ਦਾ ਕੀ ਮਤਲਬ ਹੈ ਕਿ ਸੇਮ ਐਨੀਮਲ ਹੈ ਨਾ, ਪਰ ਉਹਨੂੰ ਕੀ ਦੇ ਦਿੱਤਾ ਜਾਂਦਾ, ਅਲੱਗ-ਅਲੱਗ ਕਾਮਨ ਨੇਮ ਦੇ ਦਿੱਤੇ ਜਾਂਦੇ, ਅਲੱਗ-ਅਲੱਗ ਕੰਟਰੀਜ਼ ਦੇ ਵਿੱਚ, ਇੱਥੋਂ ਤੱਕ ਕਿ ਅਲੱਗ-ਅਲੱਗ ਲੈਂਗੁਏਜ ਦੇ ਵਿੱਚ ਵੀ, ਹੈ ਨਾ। ਠੀਕ ਹੈ, ਸੋ ਕਿੰਨੀ ਜ਼ਿਆਦਾ ਮਲਟੀਪਲੀਸਿਟੀ ਹੈ। ਇੱਕ ਮਤਲਬ ਕਿ ਐਨੀਮਲ ਦੇ ਜਾਂ ਬਰਡ ਦੇ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਅਲੱਗ-ਅਲੱਗ ਨਾਮ ਹੋ ਸਕਦੇ ਹੈ, ਇਹਨੂੰ ਕਹਿੰਦੇ ਆ ਮਲਟੀਪਲੀਸਿਟੀ, ਹੈ ਨਾ। ਜਿਸ ਤਰ੍ਹਾਂ ਕਿ ਫੋਰ ਐਗਜ਼ਾਮਪਲ
ਇੱਕ ਪ੍ਰਿਕਲੀ ਪੋਪੀ, ਕੰਡਿਆਂ ਵਾਲਾ ਇੱਕ ਪੋਪੀ ਪਲਾਂਟ ਹੈਗਾ ਹੈ ਨਾ। ਸੋ ਉਹਦਾ ਹਿੰਦੀ ਦੇ ਵਿੱਚ ਕਿੰਨੇ ਉਹਦੇ 8 ਨੇਮ ਹੈ ਪੋਪੀ ਪਲਾਂਟ ਦੇ। ਇਸੇ ਤਰੀਕੇ ਦੇ ਨਾਲ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਐਲੀਫੈਂਟ ਜਿਹੜਾ ਹੈਗਾ ਉਹਦੇ 4 ਨਾਮ ਹੈਗੇ ਹੈ। ਦੇਖੋ ਸਾਨੂੰ ਐਲੀਫੈਂਟ ਦਾ ਪਤਾ ਹੈਗਾ, ਪਰ ਐਲੀਫੈਂਟ ਦੇ ਅੱਗੋਂ ਕਿੰਨੇ ਹੋਰ ਨੇਮ ਹੋ ਸਕਦੇ ਆ, 4 ਨੇਮ ਹੋ ਸਕਦੇ ਆ। ਇਹਨੂੰ ਆਪਾਂ ਕਹਾਂਗੇ ਮਲਟੀਪਲਿਸਿਟੀ। ਇਸੇ ਤਰੀਕੇ ਦੇ ਨਾਲ ਨਾ ਇੱਕ ਬਰਡ ਹੈਗਾ, ਠੀਕ ਹੈ। ਸੋ ਜਿਹਦਾ ਨਾਮ ਕੀ ਹੈ, ਗੋਰਾਈਵੀਆ ਹੈ ਨਾ, GUARAIYA ਹੈ ਨਾ। ਸੋ ਇੰਡੀਆ ਦੇ ਵਿੱਚ ਇਹਨੂੰ ਗੁਰਾਵੀਆ ਕਹਿੰਦੇ ਆ, ਠੀਕ। ਅਤੇ ਇਸੇ ਤਰੀਕੇ ਦੇ ਨਾਲ ਹਾਊਸ ਸਪੈਰੋ ਕਹਿੰਦੇ ਆ। ਇੰਗਲੈਂਡ ਦੇ ਵਿੱਚ ਇਹਨੂੰ ਕੀ ਕਹਿੰਦੇ ਆ, ਹਾਊਸ ਸਪੈਰੋ ਕਹਿੰਦੇ ਆ। ਪ੍ਰੈਡਲ ਕਹਿੰਦੇ ਆ ਸਪੇਨ ਦੇ ਵਿੱਚ। ਸੋ ਤੁਸੀਂ ਦੇਖ ਰਹੇ ਹੋ ਬਰਡ ਸੇਮ ਹੈ, ਠੀਕ ਹੈ ਨਾ, ਬਰਡ ਸੇਮ ਹੈ, ਪਰ ਇੰਡੀਆ ਦੇ ਵਿੱਚ ਉਹਦਾ ਕੁਛ ਨੇਮ ਹੈ, ਇੰਗਲੈਂਡ ਦੇ ਵਿੱਚ ਉਹਨੂੰ ਕੁਛ ਹੋਰ ਕਹਿ ਰਹੇ ਆ, ਅਤੇ ਸਪੇਨ ਦੇ ਵਿੱਚ ਉਹਨੂੰ ਕੁਛ ਹੋਰ ਕਹਿ ਰਹੇ ਆ। ਦਿਸ ਇਜ਼ ਮਲਟੀਪਲਿਸਿਟੀ। ਥਰਡ, ਠੀਕ ਹੈ, ਤੁਹਾਡੇ ਕੋਲ ਡਿਸਐਡਵਾਂਟੇਜ ਆ ਗਿਆ ਐਂਬੀਗੁਇਟੀ। ਐਂਬੀਗੁਇਟੀ ਕੀ ਹੈ ਕਿ ਇੱਕ ਕੋਮਨ ਨੇਮ ਜਿਹੜਾ ਹੈਗਾ, ਠੀਕ ਹੈ ਨਾ, ਸੋ ਉਹ ਦਿੱਤਾ ਜਾ ਸਕਦਾ ਇੱਕ ਨਾਲੋਂ ਜ਼ਿਆਦਾ ਐਨੀਮਲ ਜਾਂ ਪਲਾਂਟਸ ਨੂੰ। ਦੇਖੋ ਦੋਨਾਂ ਗੱਲਾਂ ਦੇ ਵਿੱਚ ਫ਼ਰਕ ਹੈ, ਮਲਟੀਪਲਿਸਿਟੀ ਅਤੇ ਐਂਬੀਗੁਇਟੀ ਦੇ ਵਿੱਚ। ਮਲਟੀਪਲਿਸਿਟੀ ਦੇ ਵਿੱਚ ਕੀ ਸੀਗਾ, ਠੀਕ ਹੈ, ਇੱਕ ਪਲਾਂਟ ਨੂੰ, ਠੀਕ ਹੈ, ਅਲੱਗ-ਅਲੱਗ ਜਾਂ ਇੱਕ ਐਨੀਮਲ ਨੂੰ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਅਲੱਗ-ਅਲੱਗ ਨੇਮ ਦੇ ਦਿੱਤਾ ਗਿਆ। ਐਂਬੀਗੁਇਟੀ ਦਾ ਮਤਲਬ ਕੀ ਹੈਗਾ, ਠੀਕ ਹੈ, ਸੋ ਇੱਕ ਨਾਲੋਂ ਜ਼ਿਆਦਾ ਪਲਾਂਟ ਜਾਂ ਫਿਰ ਜਿਹੜੇ ਐਨੀਮਲ ਹੈਗੇ ਉਹਨਾਂ ਨੂੰ ਇੱਕ ਨਾਮ ਦੇ ਦਿੱਤਾ ਜਾਂਦਾ, ਜਿਵੇਂ ਕਿ ਹੈ ਨਾ। ਸੋ ਅਸੀਂ ਦੇਖੋ ਕਿ ਕੋਈ ਵੀ ਛੋਟਾ ਬਰਡ ਦੇਖਦੇ ਹਾਂ, ਠੀਕ ਹੈ, ਇੰਡੀਆ ਦੇ ਵਿੱਚ ਅਸੀਂ ਕਹਿ ਦਿੰਦੇ ਪੰਜਾਬੀ ਦੇ ਵਿੱਚ ਕਿ ਉਹ ਚਿੜੀ ਹੈ। ਕਿਸੇ ਵੀ ਛੋਟੇ ਬਰਡ ਨੂੰ ਅਸੀਂ ਚਿੜੀ ਕਹਿ ਦਿੰਦੇ ਹਾਂ। ਇਸੇ ਤਰੀਕੇ ਦੇ ਨਾਲ ਲਿਲੀ ਪਲਾਂਟ, ਲਿਲੀ ਪਲਾਂਟ ਜਿਹੜਾ ਹੁੰਦਾ ਨਾ, ਇਹ ਪਲਾਂਟ ਦੇ ਵਿੱਚ ਨਾ ਇਹ ਬਲਬਸ ਫਲਾਵਰਿੰਗ ਪਲਾਂਟ ਹੈਗਾ। ਇਸੇ ਤਰੀਕੇ ਦੇ ਨਾਲ ਮੀਨਸ ਕਿ ਇਹਦੀਆਂ ਜੇਕਰ ਤੁਸੀਂ ਰੂਟਸ ਦੇਖੋਗੇ ਨਾ, ਬਹੁਤ ਮੋਟੀਆਂ-ਮੋਟੀਆਂ ਰੂਟਸ ਹੁੰਦੀਆਂ ਲਿਲੀ ਪਲਾਂਟਸ ਦੀਆਂ। ਸੋ ਇੱਦਾਂ ਦੇ ਜਿਹੜੇ ਹੋਰ ਪਲਾਂਟ ਵੀ ਹੋਣਗੇ ਨਾ, ਪਰ ਅਸੀਂ ਸਾਰਿਆਂ ਨੂੰ ਕੀ ਕਹਿ ਦਾਂਗੇ ਕਿ ਲਿਲੀ ਪਲਾਂਟ ਹੀ ਹੈ। ਇਸੇ ਤਰੀਕੇ ਦੇ ਨਾਲ ਤੁਹਾਡੀ ਬੁੱਕ ਦੇ ਵਿੱਚ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ, ਠੀਕ ਹੈ, ਇੰਪੈਟੀਐਂਟਸ, ਠੀਕ ਹੈ, ਬਾਲਸਮੀਫੇਰਾ ਹੈ ਨਾ, ਬਾਲਸਮ ਪਲਾਂਟ ਹੈਗਾ, ਅਤੇ ਮਾਈਮੋਸਾ ਪਿਊਟਿਕਾ ਜਿਹਦੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਸੈਂਸਿਟਿਵ ਪਲਾਂਟ ਹੈ। ਇਹਨਾਂ ਦੋਨਾਂ ਨੂੰ ਹੀ, ਜਦ ਕਿ ਦੋਨੋਂ ਪਲਾਂਟਸ ਡਿਫਰੈਂਟ ਪਲਾਂਟਸ ਹੈਗੇ ਆ, ਠੀਕ ਹੈ, ਪਰ ਥੋੜ੍ਹੇ ਬਹੁਤੇ ਮਿਲਦੇ ਜੁਲਦੇ ਹੋਣਗੇ, ਦੋਨਾਂ ਨੂੰ ਹੀ ਸੇਮ ਕੋਮਨ ਨਾਮ ਦੇ ਦਿੱਤਾ ਜਾਂਦਾ ਹੈ ਕਿ ਟੱਚ ਮੀ ਨੋਟ। ਓਕੇ, ਦਿਸ ਇਜ਼ ਐਂਬੀਗੁਇਟੀ। ਫੋਰਥ, ਠੀਕ ਹੈ, ਤੁਹਾਡੇ ਕੋਲ ਡਿਸਐਡਵਾਂਟੇਜ ਆ ਗਿਆ ਅਨਸਾਇੰਟੀਫਿਕ ਬੇਸਿਸ ਹੈ ਨਾ। ਸੋ ਕੋਮਨ ਨੇਮਸ ਦੀਜ਼ ਡੂ ਨੋਟ ਹੈਵ ਐਨੀ ਸਾਇੰਟੀਫਿਕ ਬੇਸ। ਓਕੇ, ਦੀਜ਼ ਆਰ ਅਨਸਾਇੰਟੀਫਿਕ। ਜਿੱਦਾਂ ਜੇਕਰ ਬਰਡ ਬਲੈਕ ਕਲਰ ਦਾ ਅਤੇ ਬਲੈਕ ਬਰਡ ਕਹਿ ਤਾ, ਜੇਕਰ ਕੋਈ ਵੇਲ ਜਾਂ ਕੋਈ ਝਾੜੀ ਜਿਹੜੀ ਹੈ ਉਹਨੂੰ ਕੰਢੇ ਲੱਗੇ ਹੋਏ ਆ ਤਾਂ ਉਹਨੂੰ ਕੰਡਿਆਲੀ ਕਹਿ ਦਿੱਤਾ। ਹੈਬਿਟ ਦੇ ਬੇਸ ਦੇ ਉੱਤੇ ਕਹਿ ਦਿੱਤਾ ਜੀ ਫਲਾਈਂਗ ਫਿਸ਼ ਹੈ ਨਾ। ਰੋਜ਼ ਜਿਹੜੀ ਉਹਦੀ ਵੇਲ ਚੜ੍ਹ ਰਹੀ ਹੈ ਉੱਪਰ ਨੂੰ ਤਾਂ ਉਹਨੂੰ ਕਲਾਈੰਬਿੰਗ ਰੋਜ਼ ਕਹਿ ਦਿੱਤਾ। ਹੈਬੀਟੈਟ ਸਮਝਦੇ ਹੋ ਨਾ ਇਹਨਾਂ ਚੀਜ਼ਾਂ ਨੂੰ, ਤਾਂ ਪਤਾ ਹੀ ਹੋਣਾ ਹੈਬਿਟ ਅਤੇ ਹੈਬੀਟੈਟ ਕੀ ਹੁੰਦੇ ਆ। ਹੈਬਿਟ ਮੀਨਸ ਆਦਤਾਂ ਹੈ ਨਾ, ਕੋਈ ਵੀ ਪਲਾਂਟ ਜਾਂ ਐਨੀਮਲ ਜਿਹੜਾ ਕਿਸ ਤਰੀਕੇ ਦੇ ਨਾਲ ਬਿਹੇਵ ਕਰਦਾ ਪਿਆ ਨਾ। ਹੈਬੀਟੈਟ ਮੀਨਸ ਉਹਨਾਂ ਦੀ ਰਹਿਣ ਵਾਲੀ ਜਗ੍ਹਾ। ਜੇਕਰ ਫਰੋਗ ਦਰਖਤ ਦੇ ਉੱਤੇ ਰਹਿ ਰਿਹਾ ਤਾਂ ਕੋਮਨ ਨੇਮ ਦੇ ਵਿੱਚ ਉਹਨੂੰ ਕਹਿ ਦਿੱਤਾ ਜੀ ਟਰੀ ਫਰੋਗ। ਲਿਲੀ ਪਾਣੀ ਦੇ ਵਿੱਚ ਉੱਗਦਾ, ਉਹਨੂੰ ਕਹਿ ਦਿੱਤਾ ਵਾਟਰ ਲਿਲੀ। ਸੋ ਦੀਜ਼ ਡੂ ਨੋਟ ਹੈਵ, ਕੋਮਨ ਨੇਮਸ ਡੂ ਨੋਟ ਹੈਵ ਐਨੀ ਸਾਇੰਟੀਫਿਕ ਬੇਸ। ਓਕੇ, ਫਿਫਥ ਪੁਆਇੰਟ ਤੁਹਾਡੇ ਕੋਲ ਆ ਗਿਆ ਫੰਟਾਸਟਿਕਲਨੈਸ। ਠੀਕ ਹੈ, ਫੰਟਾਸਟਿਕ ਹੈਗੇ ਆ ਜਿਹੜੇ ਕੋਮਨ ਨੇਮ ਹੁੰਦੇ ਆ ਵਿਦਆਊਟ ਐਨੀ ਸਿਗਨੀਫਿਕੈਂਸ ਹੁੰਦੇ ਆ ਹੈ ਨਾ। ਸੋ ਜਿਸ ਤਰ੍ਹਾਂ ਦੇਖੋ ਤੁਹਾਡੇ ਕੋਲ ਆ ਗਿਆ ਯੂਫੋਰਬੀਆ ਮਿਲੀ, ਉਹਨੂੰ ਕੀ ਕਹਿ ਦਿੱਤਾ ਜਾਂਦਾ ਕਿਸਮੀ ਕੁਇਕ ਹੈ ਨਾ। ਹੈਂਡ ਐਂਡ ਚਿਕਨ, ਅਲੱਗ-ਅਲੱਗ ਪਲਾਂਟਸ ਜਿਹੜੇ ਆ ਉਹਨਾਂ ਨੂੰ ਦੇਖੋ ਕਿਤੇ ਅਜੀਬ ਜੇ ਨਾਮ ਦਿੱਤੇ ਹੋਏ, ਤੁਸੀਂ ਹੱਸੋਗੇ ਇਹਨਾਂ ਨੂੰ ਦੇਖ ਕੇ ਹੈ ਨਾ। ਜਿਵੇਂ ਕਿ ਟ੍ਰੈਡਸਕੈਂਸ਼ੀਆ ਜਿਹੜਾ ਪਲਾਂਟ ਹੈਗਾ ਇਹ ਪਰਪਲ ਕਲਰ ਦਾ ਪਲਾਂਟ ਹੈ, ਤੁਸੀਂ ਆਮ ਦੇਖਿਆ ਹੋਣਾ। ਠੀਕ ਹੈ, ਇਹਨੂੰ ਕੀ ਕਹਿੰਦੇ ਨੇ ਵਿਡੋਜ਼ ਟੀਅਰ ਕਹਿ ਦਿੰਦੇ ਆ ਹੈ ਨਾ। ਇਸ ਤਰੀਕੇ ਦੇ ਨਾਲ ਇੱਕ ਲਿਜ਼ਰਟ ਹੈਗੀ ਹੈ, ਠੀਕ ਹੈ ਜੀ, ਇੱਕ ਲਿਜ਼ਰਟ ਹੈਗੀ ਹੈ ਕੈਲੋਟਸ ਹੈ ਨਾ। ਸੋ ਉਹਨੂੰ ਕੀ ਕਹਿ ਦਿੰਦੇ ਆ ਬਲੱਡ ਸਕਰ ਕਹਿ ਦਿੰਦੇ ਆ। ਓਕੇ, ਸੋ ਇਸ ਤਰੀਕੇ ਦੇ ਨਾਲ ਬੜੇ ਫੰਟਾਸਟਿਕ ਜੇ ਲੱਗਦੇ ਆ ਇਹ ਨੇਮਸ ਜਿਹੜੇ ਆ। ਰੋਂਗ ਇੰਪ੍ਰੈਸ਼ਨ ਹੈ ਨਾ। ਸੋ ਰੋਂਗ ਇੰਪ੍ਰੈਸ਼ਨ ਕਿੱਦਾਂ ਵੀ ਤੁਹਾਨੂੰ ਦੇਖ ਕੇ ਤਾਂ ਨੇਮ ਤੋਂ ਲੱਗੇਗਾ ਕਿ ਦੀਜ਼ ਆਰ ਫਿਸ਼, ਜਿੱਦਾਂ ਕਿ ਸਿਲਵਰ ਫਿਸ਼, ਕਟਲ ਫਿਸ਼, ਜੈਲੀ ਫਿਸ਼, ਸਟਾਰ ਫਿਸ਼ ਹੈ ਨਾ। ਬਟ ਦੀਜ਼ ਆਰ ਨੋਟ ਫਿਸ਼ਿਜ਼ ਹੈ ਨਾ ਇਨ ਦਾ ਟਰੂ ਸੈਂਸ। ਓਕੇ, ਸੋ ਫਿਸ਼ ਤਾਂ ਇੱਕ ਵਰਟੀਬ੍ਰੇਟ ਹੈ, ਪਤਾ ਹੈ ਕਿ ਨਹੀਂ, ਇਹਦੀ ਬੈਕਬੋਨ ਹੁੰਦੀ ਹੈ ਨਾ। ਸੋ ਗਿਲਸ ਹੁੰਦੇ ਨੇ, ਫਿਨਸ ਹੁੰਦੇ ਨੇ, ਇਹਨਾਂ ਵਿੱਚੋਂ ਦੀ ਸਿਰਫ ਸਹੀ ਮਾਇਨੇ ਦੇ ਵਿੱਚ ਸਿਰਫ ਡੌਗ ਫਿਸ਼ ਜਿਹੜੀ ਹੈ ਨਾ ਉਹ ਫਿਸ਼ ਹੈ। ਸਮਝ ਗਏ, ਦੇਖੋ ਨੇਮ ਦੇ ਵਿੱਚ ਸਭ ਦੇ ਪਿੱਛੇ ਫਿਸ਼ ਲਿਖਿਆ ਹੋਇਆ, ਪਰ ਇਹਨਾਂ ਵਿੱਚੋਂ ਸਿਰਫ ਡੌਗ ਫਿਸ਼ ਜਿਹੜੀ ਹੈ ਨਾ ਐਕਚੁਅਲੀ ਦੇ ਵਿੱਚ ਫਿਸ਼ ਹੈਗੀ ਹੈ। ਬਾਕੀ ਸਾਰੇ ਇਨਵਰਟੀਬ੍ਰੇਟਸ ਹੈ, ਦੇ ਡੂ ਨੋਟ ਹੈਵ ਐਨੀ ਬੈਕਬੋਨ। ਸੋ ਤੁਹਾਨੂੰ ਦੱਸੀਆਂ ਗਈਆਂ ਅਲੱਗ-ਅਲੱਗ ਕਲਾਸਿਸ ਦੱਸੀਆਂ ਗਈਆਂ ਜਿਨ੍ਹਾਂ ਦੇ ਸਾਰਿਆਂ ਦੇ ਬਾਰੇ 'ਚ ਤੁਹਾਨੂੰ ਪਤਾ ਨਹੀਂ ਹੈ, ਮੈਂ ਅੰਡਰਲਾਈਨ ਕਰ ਦਿੱਤਾ, ਪਰ ਕੋਈ ਗੱਲ ਨਹੀਂ, ਇਹ ਅਸੀਂ ਜਦੋਂ ਕਿੰਗਡਮ ਐਨੀਮੀਲੀਆ ਪੜ੍ਹਾਂਗੇ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ। ਮੋਲਸਕ ਕੀ ਹੁੰਦੇ ਹੈ, ਸੀਲੈਂਟਰੇਟਸ ਕੀ ਹੁੰਦੇ ਹੈ, ਠੀਕ ਹੈ, ਅਕਾਈਨੋਡਰਮਸ ਕੀ ਹੁੰਦੇ ਹੈ। ਪਰ ਮੈਂ ਇੱਕ ਵਾਰੀ ਤੁਹਾਨੂੰ ਇੱਥੇ ਦੱਸ ਦਿੰਦੀ ਹਾਂ ਵੀ
ਥੋੜ੍ਹਾ ਜਿਹਾ ਕਿ ਅਸੀਂ ਕੀ ਕਹਿ ਦਿੱਤਾ ਕਿ ਡੌਗ ਫਿਸ਼ ਪੂਰੀ ਤਰ੍ਹਾਂ ਫਿਸ਼ ਹੈ ਜਾਂ ਅਸਲੀ ਫਿਸ਼ ਹੈ। ਜਿਹੜੇ ਸਿਲਵਰ ਫਿਸ਼ ਹੈ ਉਹ ਇੱਕ ਇਨਸੈਕਟ ਹੈ। ਦੇਖੋ ਉਹ ਕਹਿੰਦਾ ਪਿਆ, ਨੇਮ ਕਹਿੰਦਾ ਪਿਆ ਕਿ ਇਹ ਫਿਸ਼ ਹੈ, ਪਰ ਨਹੀਂ, ਐਕਚੁਅਲੀ ਦੇ ਵਿੱਚ ਉਹ ਇਨਸੈਕਟ ਹੈ। ਕਟਲ ਫਿਸ਼ ਜਿਹੜੀ ਹੈਗੀ ਆ ਉਹ ਕਿਹੜੇ ਜਾਨਵਰਾਂ ਦੀ ਕਲਾਸਿਸ ਦੇ ਵਿੱਚ ਆ ਜਾਂਦਾ? ਮੁਲਸਕ। ਇਹਨਾਂ ਦੇ ਅਲੱਗ-ਅਲੱਗ ਕਰੈਕਟਰਿਸਟਿਕਸ ਹੋਣਗੇ, ਇੱਥੇ ਤੁਹਾਨੂੰ ਬਹੁਤੀ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈ। ਜੈਲੀ ਫਿਸ਼ ਜਿਹੜੀ ਹੈਗੀ ਹੈ ਸਿਲਨ-ਟ੍ਰੇਟਸ 'ਚ ਆਉਂਦੀ ਹੈ। ਇਹ ਅਲੱਗ-ਅਲੱਗ ਐਨੀਮਲ ਹੈ। ਬਸ ਸਿੱਧੀ ਜਿਹੀ ਗੱਲ ਹੈ ਕਿ ਇਹ ਫਿਸ਼ਿਜ਼ ਨਹੀਂ ਹੈ। ਡਿਫਰੈਂਟ ਮੀਨਿੰਗ, ਕਾਮਨ ਨੇਮ ਜਿਹੜੇ ਹੈਗੇ ਆ ਉਹਨਾਂ ਦਾ ਡਿਫਰੈਂਟ ਮੀਨ ਹੋ ਸਕਦਾ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਹੀ ਨਾ। ਜਿੱਦਾਂ ਦੇਖੋ ਬੜੀ ਅੱਛੀ ਐਗਜ਼ਾਮਪਲ ਤੁਹਾਡੀ ਬੁੱਕ ਦੇ ਵਿੱਚ ਦਿੱਤੀ ਹੋਈ ਹੈ। ਇੰਗਲੈਂਡ ਦੇ ਵਿੱਚ ਜਿਹੜੀ ਵੀਟ ਹੈ, ਇੰਡੀਆ ਦੇ ਵਿੱਚ ਜਿਹਨੂੰ ਵੀਟ ਕਹਿੰਦੇ ਆ, ਇੰਗਲੈਂਡ ਦੇ ਵਿੱਚ ਉਹਨੂੰ ਕੋਰਨ ਕਹਿੰਦੇ ਆ, ਹੈ ਨਾ। ਅਸੀਂ ਤਾਂ ਕੋਰਨ ਮੱਕੀ ਨੂੰ ਕਹਿੰਦੇ ਹੈਗੇ ਆ, ਹੈ ਨਾ, ਕੋਰਨ ਫਲੇਕਸ ਜਿਹੜੇ ਤੁਸੀਂ ਖਾਂਦੇ ਹੈਗੇ ਹੋ। ਸਕਾਟਲੈਂਡ ਦੇ ਵਿੱਚ ਓਟਸ, ਹੈ ਨਾ, ਕਣਕ ਨੂੰ, ਠੀਕ ਹੈ ਨਾ। ਆਇਰਲੈਂਡ ਦੇ ਵਿੱਚ ਵੀ, ਠੀਕ ਹੈ। ਅਤੇ USA ਦੇ ਵਿੱਚ ਵੀਟ ਨੂੰ ਕੀ ਕਹਿੰਦੇ ਆ? ਮੇਜ਼ ਕਹਿੰਦੇ ਆ, ਠੀਕ ਹੈ ਨਾ। ਸੋ ਕੋਰਨ ਜਿਹੜਾ ਹੈਗਾ, ਠੀਕ ਹੈ, ਸੋ ਇੰਗਲੈਂਡ ਦੇ ਵਿੱਚ ਉਹਨੂੰ ਕੀ ਕਹਿੰਦੇ ਆ? ਵੀਟ ਕਹਿੰਦੇ ਆ। ਓਟਸ ਜਿਹੜੇ ਹੈਗੇ ਆ, ਠੀਕ ਹੈ, ਇਨ ਸਕਾਟਲੈਂਡ ਔਰ ਆਇਰਲੈਂਡ ਕੋਰਨੋ, ਠੀਕ ਹੈ, ਠੀਕ ਹੈ। ਅਤੇ USA ਦੇ ਵਿੱਚ ਇਹਨੂੰ ਮੇਜ਼ ਕਹਿੰਦੇ ਆ। ਸਮਝ ਗਏ? ਸੋ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਕੀ ਹੈ? ਅਲੱਗ-ਅਲੱਗ ਨੇਮ ਹੈ। ਮੈਂ ਸ਼ਾਇਦ ਪਹਿਲਾਂ ਥੋੜ੍ਹਾ ਉਲਟ ਬੋਲ ਦਿੱਤਾ, ਮੈਂ ਵੀਟ ਦੇ ਬਾਰੇ 'ਚ ਕਹਿ ਦਿੱਤਾ, ਨਹੀਂ, ਠੀਕ ਹੈ। ਸੋ ਇੰਗਲੈਂਡ ਦੇ ਵਿੱਚ ਕੋਰਨ ਨੂੰ ਵੀਟ ਕਹਿੰਦੇ ਆ, ਸਕਾਟਲੈਂਡ ਦੇ ਵਿੱਚ ਓਟਸ ਕਹਿੰਦੇ ਆ, ਠੀਕ ਹੈ, ਅਤੇ USA ਦੇ ਵਿੱਚ ਇਹਨੂੰ ਮੇਜ਼ ਕਹਿੰਦੇ ਆ। ਓਕੇ। ਫਰੈਸ਼ ਨੇਮਸ, ਕਾਮਨ ਨੇਮਸ ਜਿਹੜੇ ਹੈਗੇ ਆ ਉਹ ਫਰੈਸ਼ ਨਹੀਂ ਹੈ, ਹੈ ਨਾ। ਇੱਕਦਮ ਆਪਣੀ ਵਿਲ ਦੇ ਨਾਲ ਤੁਸੀਂ ਉਹਨਾਂ ਨੂੰ ਇੰਟਰੋਡਿਊਸ ਨਹੀਂ ਕਰ ਸਕਦੇ ਹੋ, ਹੈ ਨਾ। ਅਤੇ ਨਾ ਹੀ ਜਿਹੜੇ ਕਾਮਨ ਨੇਮ ਪੁਰਾਣੇ ਹੋ ਚੁੱਕੇ ਆ ਤੁਸੀਂ ਉਹਨਾਂ ਨੂੰ ਈਜ਼ੀਲੀ ਚੇਂਜ ਕਰ ਸਕਦੇ ਹੋ। ਸੋ ਦੀਜ਼ ਆਰ ਦਾ ਡਰਾਬੈਕਸ ਆਫ ਦਾ ਕਾਮਨ ਨੇਮਸ। ਸੋ ਫਿਰ ਸਾਇੰਟੀਫਿਕ ਨੇਮਸ ਦੀ ਜ਼ਰੂਰਤ ਪਈ, ਠੀਕ ਹੈ। ਸੋ ਕਿਸ ਤਰੀਕੇ ਦੇ ਨਾਲ ਕੀ ਸਿਸਟਮ ਹੈਗਾ ਸਾਇੰਟੀਫਿਕ ਨੇਮਸ ਦਾ, ਉਹਨੂੰ ਅਸੀਂ ਸਮਝਾਂਗੇ। ਸੋ ਸਾਇੰਟੀਫਿਕ ਨੇਮ ਵੀ ਦੋ ਤਰ੍ਹਾਂ ਦੇ ਹੋ ਸਕਦੇ ਆ, ਬਾਈਨੋਮੀਅਲ ਨੋਮਨਕਲੇਚਰ, ਠੀਕ ਹੈ, ਅਤੇ ਟਰਾਈਨੋਮੀਅਲ ਨੋਮਨਕਲੇਚਰ। ਐਜ਼ ਦਾ ਨੇਮ ਇੰਡੀਕੇਟ, ਬਾਈਨੋਮੀਅਲ ਮੀਨਸ, ਬਾਈ ਮੀਨਸ 2 ਅਤੇ ਟਰਾਈ ਮੀਨਸ 3। ਤੋਂ ਦੱਸਦੇ ਹਾਂ ਤੁਹਾਨੂੰ ਕਿਸ ਤਰੀਕੇ ਦੇ ਨਾਲ ਇਹ ਬਾਈ ਹੈ। ਸੋ ਬਾਈਨੋਮੀਅਲ ਨੋਮਨਕਲੇਚਰ ਜੋ ਸੀ, ਠੀਕ ਹੈ, ਸੋ ਉਹ ਕੈਰਲਸ ਲੀਨੀਅਸ, ਸਪੈਲਿੰਗ ਦੇਖ ਲਓ ਧਿਆਨ ਦੇ ਨਾਲ, ਇਹ 1 ਮਾਰਕਸ ਕੁਐਸਚਨ ਵੀ ਪੁੱਛਿਆ ਜਾ ਸਕਦਾ। ਕੈਰਲਸ ਲੀਨੀਅਸ ਜੋ ਸਾਇੰਟਿਸਟ ਸੀਗੇ, ਉਹਨਾਂ ਨੇ ਸਿਸਟਮ ਦਿੱਤਾ ਸੀ ਸਾਇੰਟੀਫਿਕ ਨੇਮ ਦਾ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਟੈਕਨੀਕਲ ਨੇਮਸ ਦਾ ਫॉर ਪਲਾਂਟਸ ਐਂਡ ਐਨੀਮਲਸ। ਓਕੇ। ਸੋ ਉਹਨਾਂ ਨੇ ਇਹ ਸਿਸਟਮ ਜੋ ਸੀ ਐਕਸਪਲੇਨ ਕੀਤਾ ਸੀ ਆਪਣੀ ਇੱਕ ਫੇਮਸ ਬੁੱਕ ਦੇ ਵਿੱਚ, ਠੀਕ ਹੈ। ਉਹਦਾ 10th ਐਡੀਸ਼ਨ ਸੀ ਉਸ ਟਾਈਮ ਦੇ ਉੱਤੇ ਉਸ ਬੁੱਕ ਦਾ ਨਾਮ ਕੀ ਸੀ? ਸਿਸਟੈਮਾ ਨੈਚੁਰੇ, ਜੋ ਪਬਲਿਸ਼ਡ ਕੀਤੀ ਗਈ ਸੀ ਇਨ 1758 ਦੇ ਵਿੱਚ। ਓਕੇ। ਸੋ ਇਸ ਸਿਸਟਮ ਨੂੰ ਕੀ ਕਹਿ ਦਿੱਤਾ ਗਿਆ? ਜਿਸ ਬੁੱਕ ਦੇ ਵਿੱਚ ਸਿਸਟਮ ਪਬਲਿਸ਼ ਹੋਇਆ ਸਾਇੰਟੀਫਿਕ ਜੋ ਨੇਮਸ ਹੈਗੇ ਨੇ ਉਹਦੇ ਲਈ, ਠੀਕ ਹੈ, ਸਿਸਟੇਮਾ ਨੈਚੁਰੇ ਇਨ 1758 ਦੇ ਵਿੱਚ। ਓਕੇ। ਸੋ ਇਸ ਸਿਸਟਮ ਨੂੰ ਕੀ ਕਹਿ ਦਿੱਤਾ ਗਿਆ? ਬਾਈਨੋਮੀਅਲ ਨੋਮਨਕਲੇਚਰ, ਐਜ਼ ਦਾ ਨੇਮ ਇੰਡੀਕੇਟ। ਸੋ ਇਸ ਦੇ ਅਕੋਰਡਿੰਗਲੀ, ਇਸ ਜੋ ਸਿਸਟਮ ਦੇ ਅਕੋਰਡਿੰਗਲੀ, ਠੀਕ ਹੈ, ਸਾਇੰਟੀਫਿਕ ਨੇਮ ਜਿਹੜਾ ਹੈਗਾ ਉਹਦੇ 2 ਪਾਰਟਸ ਹੁੰਦੇ ਹੈ, ਠੀਕ ਹੈ ਜੀ। ਸੋ ਇੱਕ ਪਾਰਟ ਨੂੰ ਅਸੀਂ ਕਹਿ ਦਿੰਦੇ ਹਾਂ ਜੈਨਰਿਕ ਨੇਮ, ਓਕੇ, ਅਤੇ ਦੂਸਰੇ ਪਾਰਟ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਸਪੈਸੀਫਿਕ ਨੇਮ, ਓਕੇ, ਜਾਂ ਫਿਰ ਸਪੈਸੀਫਿਕ ਐਪੀਥੈਟ। ਹੁਣ ਇਹ ਕੀ ਹੈ ਨਾ, ਠੀਕ। ਸੋ ਜਿੱਦਾਂ ਕਿ ਤੁਹਾਨੂੰ ਇੱਥੇ ਐਗਜ਼ਾਮਪਲ ਦਿੱਤੀ ਹੋਈ ਗਈ ਹੈ, ਠੀਕ ਹੈ, ਕਿ ਕੈਨਿਸ ਫੈਮਿਲੇਰਿਸ, ਇਹ ਕਿਹਦਾ ਸਾਇੰਟੀਫਿਕ ਨੇਮ ਹੈ? ਡੌਗ ਦਾ। ਰੋਜ਼ਾ ਇੰਡੀਕਾ, ਇਹ ਕਿਹਦਾ ਸਾਇੰਟੀਫਿਕ ਨੇਮ ਹੈ? ਰੋਜ਼ ਪਲਾਂਟ ਦਾ। ਸੋ ਤੁਸੀਂ ਦੇਖ ਰਹੇ ਹੋ ਕਿ ਸਾਇੰਟੀਫਿਕ ਨੇਮ ਇਟ ਹੈਜ਼ 2 ਪਾਰਟਸ, ਕੈਨਿਸ ਐਂਡ ਫੈਮਿਲੇਰਿਸ। ਓਕੇ। ਸੋ ਇਹ ਡੌਗ ਦਾ ਸਾਇੰਟੀਫਿਕ ਨੇਮ ਹੈ, ਮੈਨੂੰ ਲੱਗਦਾ ਇਟਸ ਨਿਊ ਫॉर ਯੂ, ਹੈ ਨਾ, ਠੀਕ ਹੈ। ਰੋਜ਼ ਦਾ, ਰੋਜ਼ਾ ਇੰਡੀਕਾ, ਦੇਖੋ ਕਿੰਨੀ ਨੌਲੇਜ ਵਧ ਗਈ ਤੁਹਾਡੀ, ਹੈ ਨਾ। ਸੋ ਕੈਨਿਸ ਜਿਹੜਾ ਹੈਗਾ ਜੀਨਸ ਹੈ, ਓਕੇ, ਠੀਕ ਹੈ। ਫੈਮਿਲੇਰਿਸ ਜਿਹੜੀ ਹੈਗੀ ਉਹ ਸਪੀਸੀਜ਼ ਹੈ ਨਾ। ਰੋਜ਼ਾ ਜੀਨਸ ਹੈ, ਇੰਡੀਕਾ ਰੋਜ਼ ਦੀ ਸਪੀਸੀਜ਼ ਹੈ, ਓਕੇ। ਇਸ ਕਰਕੇ, ਠੀਕ ਹੈ, ਜੋ ਜੀਨਸ ਹੈ ਉਹਨੂੰ ਕਹਿ ਦਿੱਤਾ, ਅੱਗੇ ਵਾਲਾ ਜੋ ਨੇਮ ਹੈ ਉਹਨੂੰ ਕਹਿ ਦਿੱਤਾ ਜੈਨਰਿਕ ਨੇਮ, ਅਤੇ ਪਿੱਛੇ ਵਾਲੇ ਨੂੰ ਕੀ ਕਹਿ ਦਿੱਤਾ? ਸਪੈਸੀਫਿਕ ਨੇਮ, ਓਕੇ, ਠੀਕ ਹੈ। ਸੋ ਦੋਨੋਂ ਦੇ ਦੋਨੋਂ ਨੇਮਸ ਜਿਹੜੇ ਹੈਗੇ ਆ, ਠੀਕ। ਸੋ ਪਾਰਟਸ ਹੈ ਬਾਈਨੋਮੀਅਲ ਨੋਮਨਕਲੇਚਰ ਦੇ ਵਿੱਚ ਵੀ, ਜੈਨਰਿਕ ਨੇਮ ਵੀ ਅਤੇ ਸਪੈਸੀਫਿਕ ਨੇਮ ਵੀ ਹੋਣਾ ਚਾਹੀਦਾ, ਠੀਕ ਹੈ। ਸੋ ਅਸੀਂ ਇਕੱਲਾ ਫੈਮਿਲੇਰਿਸ ਨਹੀਂ ਲਿਖ ਸਕਦੇ ਹਾਂ, ਉਹ ਇਕੱਲਾ ਫਿਰ ਸਪੈਸੀਫਿਕ ਨੇਮ ਹੋ ਜਾਏਗਾ, ਦੋਨੋਂ ਪਾਰਟਸ ਹੋਣੇ ਜ਼ਰੂਰੀ ਹੈ, ਓਕੇ। ਅੱਛਾ, ਇੱਥੇ ਇੱਕ ਅਸੀਂ ਹੋਰ ਇੰਪੋਰਟੈਂਟ ਗੱਲ ਸਿੱਖਣੀ ਹੈ, ਠੀਕ ਹੈ। ਸੋ ਸਪੈਸੀਫਿਕ ਨੇਮ ਜਿਹੜੇ ਹੁੰਦੇ ਆ ਪੈਕੂਲੀਅਰ ਮੀਨਸ ਖਾਸ ਹੁੰਦੇ ਆ ਕਿਸੇ ਪਰਟੀਕੂਲਰ ਸਪੀਸੀਜ਼ ਦੇ ਲਈ, ਹੈ ਨਾ, ਠੀਕ ਹੈ। ਜਿਸ ਤਰ੍ਹਾਂ ਕਿ ਮੰਨ ਲਓ ਕਿ ਪੈਂਥੀਰਾ, ਹੈ ਨਾ, ਪੈਂਥੀਰਾ ਜਿਹੜਾ ਹੈਗਾ ਜੀਨਸ, ਇਹ ਲੁਆਇਨ ਦੇ ਅੱਗੇ ਵੀ ਲੱਗੇਗਾ, ਇਹ ਟਾਈਗਰ ਦੇ ਨਾਮ ਦੇ ਅੱਗੇ ਵੀ ਲੱਗੇਗਾ, ਜੀਨਸ ਕਿਹਾ ਮੈਂ, ਠੀਕ ਹੈ। ਸੋ ਲਿਓਪਰਡ ਦੇ ਅੱਗੇ ਵੀ ਲੱਗੇਗਾ, ਕਿਉਂਕਿ ਟਾਈਗਰ, ਲੁਆਇਨ, ਲਿਓਪਰਡ ਇਹ ਮਿਲਦੇ ਜੁਲਦੇ ਐਨੀਮਲਸ ਹੈਗੇ ਆ, ਸਮਝਦੇ ਪਏ ਗੱਲ ਨੂੰ, ਠੀਕ ਹੈ। ਸੋ ਇਸ ਕਰਕੇ ਇਹਨਾਂ ਦੇ ਲਈ ਜੀਨਸ ਸੇਮ ਹੋ ਸਕਦਾ, ਬਟ ਸਪੀਸੀਜ਼ ਆਰ ਡਿਫਰੈਂਟ, ਸਪੈਸੀਫਿਕ ਨੇਮ ਡਿਫਰੈਂਟ ਹੈ। ਪੈਂਥੀਰਾ ਲਿਓ,
ਲੋਇਨ ਦਾ ਸਾਇੰਟਿਫਿਕ ਨੇਮ ਹੈ, ਦੈਟਸ ਵਾਈ ਸਪੀਸੀਜ਼ ਕਿਹੜੀ ਲੱਗ ਗਈ, ਲੀਓ। ਓਕੇ, टाइगर, ठीक है जी, साइंटिफिक नेम पैंथीरा टिग्रस, जीनस सेम। ओके, एंड फॉर द लियोपर्ड, ठीक है जी, पैंथीरा पेंडस पार्डस। ओके, पैंथीरा पार्डस। सो जीनस सेम बट स्पीसीज आर डिफरेंट। ਅੱਗੇ ਤੁਹਾਡੇ ਕੋਲ ਆ ਗਿਆ ਕਿ ਸਾਇੰਟੀਫਿਕ ਨੇਮ ਜੋ ਹੈ ਕੈਰਲਸ ਲੀਨੀਅਸ ਜਿਹੜੇ ਸੀ, ਇਹਨਾਂ ਨੇ ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਸੀ। ਇਹਨਾਂ ਨੇ ਸਾਇੰਟੀਫਿਕ ਨੇਮਸ ਨੂੰ ਕੀ ਕੀਤਾ ਸੀ, ਲੈਟਿਨਾਈਜ਼ਡ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਲੈਟਿਨ ਜਿਹੜੀ ਲੈਂਗੁਏਜ ਹੈਗੀ ਹੈ ਨਾ, ਉਹਦੇ ਵਿੱਚ ਹੋਣੇ ਚਾਹੀਦੇ ਸਾਇੰਟੀਫਿਕ ਨੇਮ। ਈਵਨ ਉਹਨਾਂ ਨੇ ਆਪਣਾ ਨੇਮ ਜਿਹੜਾ ਸੀਗਾ ਉਹਨੂੰ ਵੀ ਕੀ ਕੀਤਾ ਹੋਇਆ ਸੀ, ਠੀਕ ਹੈ, ਲੈਟਿਨਾਈਜ਼ਡ ਕੀਤਾ ਹੋਇਆ ਸੀ। ਰੀਅਲ ਨੇਮ ਵਾਜ਼ ਕਾਰਲ ਵੋਨ ਲਾਈਨੀ। ओके, एंड इन द लैटिन लैंग्वेज है ना, हिज नेम वाज कैरलस लीनियस। कैरलस लीनियस इस तरह के नज़र आते ਸੀਗੇ, ठीक है। 1707 ਦੇ ਵਿੱਚ ਉਹਨਾਂ ਦਾ ਬਰਥ ਹੋਇਆ ਸੀਗਾ, ਠੀਕ ਹੈ। ਤਾਂ 1778 ਦੇ ਵਿੱਚ ਉਹਨਾਂ ਦੀ ਕੀ ਹੋ ਗਈ ਸੀ, ਡੈਥ ਹੋ ਗਈ ਸੀ। ओके, he is also known as father of modern botany. Carolus Linnaeus is also known as father of modern botany. ਓਕੇ, ਸੋ ਉਹਨਾਂ ਦਾ ਬਹੁਤ ਜ਼ਿਆਦਾ ਇੰਟਰਸਟ ਸੀਗਾ ਐਕਚੁਅਲੀ ਦੇ ਵਿੱਚ, ਠੀਕ ਹੈ। ਨੈਚੁਰਲ ਹਿਸਟਰੀ ਜਿਹੜੀ ਸੀ ਉਹਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਇੰਟਰਸਟ ਸੀਗਾ। ਓਕੇ, ਠੀਕ। ਸੋ ਕੈਰੋਲਸ ਲੀਨੀਅਸ ਜਿਹੜੇ ਸੀ ਉਹਨਾਂ ਨੇ ਕਿ ਹੁਣ ਕੀ ਮਤਲਬ ਲੈਟਿਨ ਲੈਂਗੁਏਜ ਜਿਹੜੀ ਹੈ ਉਹਨੂੰ ਬਹੁਤ ਜ਼ਿਆਦਾ ਪ੍ਰੈਫਰੈਂਸ ਦਿੱਤੀ ਸੀ। ਸੋ ਬਾਈਨੋਮੀਅਲ ਨੇਮਸ ਵਰਸਿਸ ਆਵਰ ਨੇਮ, ਇਹ ਥੋੜ੍ਹਾ ਜਿਹਾ ਤੁਹਾਨੂੰ ਦੱਸਿਆ ਗਿਆ ਕਿ ਬਾਈਨੋਮੀਅਲ ਜਿਹੜੇ ਨੇਮ ਹੈ ਅਤੇ ਸਾਡੇ ਨੇਮ ਦੇ ਵਿੱਚ ਕੀ ਥੋੜ੍ਹਾ ਜਿਹਾ ਫਰਕ ਹੈਗਾ। ਦੇਖੋ, ਸਾਡੇ ਨੇਮ ਦੇ ਵਿੱਚ ਵੀ 2 ਪਾਰਟਸ ਹੁੰਦੇ ਆ ਨੇਮ ਦੇ, ਹੈ ਨਾ। ਕ੍ਰਿਸ਼ਨ ਸ਼ਰਮਾ, ਹੈ ਨਾ, ਜਿਵੇਂ ਕਿ ਪ੍ਰਕਾਸ਼ ਸ਼ਰਮਾ। ਓਕੇ, ਇਹਦੇ ਵਿੱਚ ਪਰ ਕੀ ਹੈਗਾ ਕਿ ਸਾਡੇ ਵਿੱਚ, ਠੀਕ ਹੈ, ਜਿਹੜੀ ਸਾਡੀ ਕਹਿ ਲਓ ਕਿ ਜਿਹੜਾ ਸਾਡਾ ਸਰ ਨੇਮ ਹੁੰਦਾ ਉਹ ਪਿੱਛੇ ਲੱਗਾ ਹੋਇਆ, ਅਤੇ ਜਿਹੜਾ ਇੰਡੀਵਿਜੂਅਲ ਦਾ ਨੇਮ ਆ ਉਹ ਅੱਗੇ ਲੱਗਾ ਹੋਇਆ। ਓਕੇ, ਠੀਕ ਹੈ। ਪਰ ਜੋ ਇਹ ਸਾਇੰਟੀਫਿਕ ਨੇਮਸ ਹੈਗੇ ਨੇ, ਹੈ ਨਾ, ਠੀਕ ਹੈ। ਸੋ ਇਹਦੇ ਵਿੱਚ ਅਸੀਂ ਕੀ ਕਰਦੇ ਪਏ ਹਾਂ, ਇੱਕ ਤਰ੍ਹਾਂ ਦਾ, ਠੀਕ ਹੈ, ਮੇਨ ਗਰੁੱਪ ਜਿਹੜਾ ਹੈਗਾ, ਕੋਲੈਕਟਿਵ ਨੇਮ ਜਿਹੜਾ ਹੈਗਾ, ਜਿਵੇਂ ਕਿ ਸਭ ਦਾ ਕੋਲੈਕਟਿਵ ਨੇਮ ਕੀ ਹੈ, ਪੈਂਥੀਰਾ ਪੈਂਥੀਰਾ ਪੈਂਥੀਰਾ, ਉਹ ਅੱਗੇ ਲਗਾ ਰਹੇ ਹਾਂ, ਅਤੇ ਪਰ ਜਿਹੜੀ ਸਪੀਸੀਜ਼ ਹੈਗੀ ਆ ਉਹਦਾ ਨਾਮ ਅਸੀਂ ਪਿੱਛੇ ਲਗਾ ਰਹੇ ਹਾਂ। ਇਹ ਫਰਕ ਹੈਗਾ। ਟ੍ਰਾਈਨੋਮੀਅਲ ਨੋਮਨਕਲੇਚਰ ਫਿਰ ਕੀ ਹੋਏਗੀ, ਇਟ ਮੀਨਸ these names have 3 ਪਾਰਟਸ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਾਈਨੋਮੀਅਲ ਦੇ ਵਿੱਚ 2 ਪਾਰਟਸ ਹੈ। ਓਕੇ, ਜੀਨਸ ਅਤੇ ਸਪੀਸੀਜ਼ ਹੈ ਓਨਲੀ। 3 ਪਾਰਟਸ ਕਿਹੜੇ ਕਿਹੜੇ ਆ, ਇਫ ਦੇਅਰ ਇਜ਼ ਵਰਾਇਟੀ, ਜੇਕਰ ਤੁਹਾਨੂੰ ਉਸ ਪਲਾਂਟ ਦੀ ਜਾਂ ਐਨੀਮਲ ਦੀ ਵਰਾਇਟੀ ਦੇ ਬਾਰੇ ਵਿੱਚ ਪਤਾ, ਦੈਨ ਤੁਸੀਂ ਉਹ ਵੀ ਸਾਇੰਟੀਫਿਕ ਨੇਮ ਦੇ ਵਿੱਚ ਐਡ ਕਰ ਸਕਦੇ ਹੋ। ਤਾਂ ਨੈਚੁਰਲੀ 3 ਪਾਰਟਸ ਹੋ ਗਏ। ਫੋਰ ਐਗਜ਼ਾਮਪਲ, ਹਿਊਮਨ ਬੀਇੰਗਸ ਦਾ ਸਾਇੰਟੀਫਿਕ ਨੇਮ ਮੈਨੂੰ ਲੱਗਦਾ ਇਹ ਤਾਂ ਹਰ ਬੱਚੇ ਨੂੰ ਆਉਣਾ ਚਾਹੀਦਾ ਅਤੇ ਆਉਂਦਾ ਵੀ ਹੋਵੇਗਾ, ਹੋਮੋਸੈਪੀਅਨਸ। ਅਤੇ ਪਿੱਛੇ ਕੀ ਲਗਾ ਦਿੱਤਾ, ਯੂਰਪੀਅਸ, ਕਿਉਂਕਿ ਜੇਕਰ ਉਹ ਮੈਨ, ਉਹਦਾ ਤਾਂ ਸਾਇੰਟੀਫਿਕ ਨੇਮ ਸੇਮ ਰਹਿਣਾ, ਤੁਹਾਨੂੰ ਪਤਾ ਹੀ ਹੈ। ਆਲ ਓਵਰ ਦਾ ਵਰਲਡ ਹਿਊਮਨ ਬੀਇੰਗ ਦਾ ਸਾਇੰਟੀਫਿਕ ਨੇਮਸ ਦੀ ਇਹੀ ਤਾਂ ਖਾਸੀਅਤ ਹੈ। ਅੱਗੇ ਜਾ ਕੇ ਮੈਂ ਤੁਹਾਨੂੰ ਪੜਾਵਾਂਗੀ ਐਡਵਾਂਟੇਜਸ ਆਫ ਸਾਇੰਟੀਫਿਕ ਨੇਮਸ ਨਾ। ਹੋਮੋਸੈਪੀਅਨਸ ਯੂਰੋਪੀਅਸ ਲਿਖ ਦਿੱਤਾ, ਜੇਕਰ ਪਰਸਨ ਜਿਹੜਾ ਹੈਗਾ ਉਹ ਕਿੱਥੋਂ ਦਾ ਹੈ, ਯੂਰਪ ਦਾ ਹੈ, ਠੀਕ ਹੈ। ਮੈਨ ਜਿਹੜਾ ਹੈਗਾ ਉਹ ਯੂਰੋਪੀਅਨ ਰੇਸ ਦਾ। ਓਕੇ, ਨਾਓ ਦੇਅਰ ਆਰ ਸਮ ਕੋਡਸ ਫॉर ਬਾਇਓਲੋਜੀਕਲ ਨੋਮਨਕਲੇਚਰ। ਓਕੇ, ਸੋ ਇਹ ਫੁੱਲ ਫਾਰਮਸ ਵੀ ਪੁੱਛੀਆਂ ਜਾ ਸਕਦੀਆਂ, ICBN, ICZN, ICBN, ICVN, ICNCP। ਓਕੇ, ਸੋ ਇਹਨਾਂ ਦੀ ਫੁੱਲ ਫਾਰਮਸ ਕੀ ਨੇ, ਇੰਟਰਨੈਸ਼ਨਲ ਕੋਡ ਹੈ ਆਫ ਬੋਟੈਨੀਕਲ ਨੋਮਨਕਲੇਚਰ, ਇੰਟਰਨੈਸ਼ਨਲ ਕੋਡ ਹੈ ਆਫ ਜੂਲੋਜੀਕਲ ਨੋਮਨਕਲੇਚਰ। ਓਕੇ, ਇੰਟਰਨੈਸ਼ਨਲ ਕੋਡ ਆਫ ਬੈਕਟੀਰੀਓਲੋਜੀਕਲ ਨੋਮਨਕਲੇਚਰ। ਦੇਖੋ, ਸ਼ਾਰਟ ਫਾਰਮ ਤਾਂ ਸੇਮ ਹੈ ਇੱਥੇ ਵੀ ICBN ਦੀ 1961 'ਚ ਦਿੱਤੀ ਗਈ ਸੀ। ਇਹ ਪਲਾਂਟਸ ਦੀ ਨੋਮਨਕਲੇਚਰ ਹੈ, ਇਹ ਬੈਕਟੀਰੀਆ ਦੀ ਨੋਮਨਕਲੇਚਰ ਹੈਗੀ ਹੈ। ICVN, ਠੀਕ ਹੈ ਜੀ, ਇਹ ਵਾਇਰਲ ਨੋਮਨਕਲੇਚਰ ਹੈ। ਇੰਟਰਨੈਸ਼ਨਲ ਕੋਡ ਹੈ ਵਾਇਰਸਿਸ ਨੂੰ ਨੋਮਨਕਲੇਚਰ ਕਰਨੀ ਉਹਨਾਂ ਨੂੰ ਨੇਮ ਦੇਣਾ ਹੈਗਾ। ਓਕੇ, ਸੋ ਇਹ ਕਿਹਦੇ ਲਈ ਹੈ, ਕਲਟੀਵੇਟਡ ਪਲਾਂਟਸ ਦੇ ਲਈ ਇੰਟਰਨੈਸ਼ਨਲ ਕੋਡ ਹੈ, ਉਹਨਾਂ ਨੂੰ ਨੇਮਿੰਗ ਕਰਨੀ ਹੈ। ਓਕੇ, ਸੋ ਦੀਜ਼ ਆਰ ਸਮ ਕੋਡਸ ਆਫ ਬਾਇਓਲੋਜੀਕਲ ਨੋਮਨਕਲੇਚਰ। Now there are rules, ठीक है, how we can write scientific names, we have to follow some rules. Okay, so there are so many rules. Okay, so each animal, plant or microorganism that is given ਸਿੰਗਲ ਸਾਇੰਟੀਫਿਕ ਨੇਮ, ਬਟ ਠੀਕ ਹੈ, ਬਾਈਨੋਮੀਅਲ ਸਿਸਟਮਸ ਦੇ ਅਕੋਰਡਿੰਗਲੀ ਉਹਨਾਂ ਨੂੰ ਕੀ ਦੇ ਦਿੱਤਾ ਜਾਂਦਾ, ਸਿੰਗਲ ਸਾਇੰਟੀਫਿਕ ਨੇਮ ਦੇ ਦਿੱਤਾ ਜਾਂਦਾ। ਉਹ ਸਪੀਸੀਜ਼ ਦੀ ਜੇਕਰ ਕੋਈ ਸਬ ਸਪੀਸੀਜ਼ ਹੈ, ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸਿਆ, ਜੇਕਰ ਕੋਈ ਵਰਾਇਟੀ ਹੈ ਉਹਨਾਂ ਨੂੰ ਕੀ ਦੇ ਦਿੱਤਾ ਜਾਂਦਾ, ਟ੍ਰਾਈਨੋਮੀਅਲ ਨੇਮ ਦੇ ਦਿੱਤਾ ਜਾਂਦਾ। ਮੋਸਟਲੀ ਦਾ ਨੇਮਸ ਹੈਵ 2 ਪਾਰਟਸ, ਸਾਇੰਟੀਫਿਕ ਨੇਮਸ ਹੈ ਨਾ, 2 parts, but if the species have subspecies or other varieties, then you can give that organism trinomial name. Okay, second point, all the scientific names, ਸੋ ਜਿੰਨੇ ਵੀ ਸਾਇੰਟੀਫਿਕ ਨੇਮ ਜੋ ਸੀ, ਠੀਕ ਹੈ, ਸੋ ਕੈਰੋਲਸ ਲੀਨੀਅਸ ਦੇ 10th ਐਡੀਸ਼ਨ ਤੋਂ ਪਹਿਲਾਂ, ਠੀਕ ਹੈ, ਉਹਦੇ ਪਬਲਿਸ਼ ਹੋਣ ਤੋਂ ਪਹਿਲਾਂ
ਠੀਕ ਹੈ। ਸੋ ਆ ਗਏ ਸੀ ਜਿੱਦਾਂ ਕਿ ਤੁਹਾਨੂੰ ਪਤਾ ਕਿ ਕਦੋਂ ਆਇਆ ਸੀ ਐਡੀਸ਼ਨ ਉਹਦੀ ਬੁੱਕ ਦਾ 1758 'ਚ, ਐਜ਼ ਆਈ ਹੈਵ ਆਲਰੇਡੀ ਟੋਲਡ ਯੂ, ਹੈ ਨਾ। ਸੋ ਉਹਦੇ ਤੋਂ ਪਹਿਲਾਂ ਆਏ ਸੀ ਨਾ ਜਿੰਨੇ ਵੀ ਸਾਇੰਟੀਫਿਕ ਨੇਮ, ਉਹ ਅਸੈਪਟ ਨਹੀਂ ਸੀ ਹੋਏ। ਠੀਕ ਹੈ। ਸੋ ਕੀ ਕੀਤਾ ਗਿਆ ਕਿ ਨਾ ਸੇਮ ਐਨੀਮਲਸ ਨੂੰ ਅਤੇ ਸੇਮ ਪਲਾਂਟਸ ਨੂੰ ਨਾ ਅਲੱਗ-ਅਲੱਗ ਔਥਰਸ ਨੇ ਆਪਣੇ ਹਿਸਾਬ ਦੇ ਨਾਲ ਨੇਮ ਦੇ ਦਿੱਤੇ ਗਏ। ਓਕੇ, ਠੀਕ ਹੈ। ਪਰ 1758 ਤੋਂ, ਠੀਕ ਹੈ, ਸੋ ਪਹਿਲਾਂ ਜਿੰਨੇ ਵੀ ਨੇਮ ਆਏ ਨਾ ਉਹ ਤਾਂ ਮਤਲਬ ਅਲੱਗ-ਅਲੱਗ ਨੇਮ ਦਿੱਤੇ ਵੀ ਕਿਉਂਕਿ ਖਾਸ ਗੱਲ ਨਹੀਂ ਸੀ ਬਣ ਪਾਈ, ਹੈ ਨਾ। ਉਸ ਤੋਂ ਬਾਅਦ ਜਿੰਨੇ ਵੀ ਨੇਮ ਆਏ ਉਹਨਾਂ ਨੂੰ ਬਾਅਦ ਵਿੱਚ ਖਾਸੀਅਤ ਦੇ ਦਿੱਤੀ ਗਈ। ਠੀਕ ਹੈ। ਸੋ ਆਲ ਲੇਟਰ ਨੇਮਸ ਆਰ ਡਿਸਕਾਰਡਡ ਐਂਡ ਰਿਗਾਰਡਡ ਕੀਤੇ ਗਏ ਕਿ ਉਹ ਸਾਈਨੋਨੀਮਸ ਹੈ, ਮੀਨਸ ਕਿ ਲਾ ਆਫ ਪ੍ਰਾਇਓਰਿਟੀ ਨੂੰ ਫੋਲੋ ਕੀਤਾ ਗਿਆ ਕਿ ਕਿਹੜੇ ਨੇਮਸ ਨੂੰ ਅਸੀਂ ਪਹਿਲਾਂ ਪ੍ਰਾਇਓਰਿਟੀ ਦੇਣੀ ਹੈ ਅਤੇ ਕਿਹਨੂੰ ਨਹੀਂ ਦੇਣੀ ਹੈ। ਉਸ ਹਿਸਾਬ ਦੇ ਨਾਲ ਸਾਇੰਟੀਫਿਕ ਨੇਮ ਜਿਹੜੇ ਆ ਉਹ ਦਿੱਤੇ ਗਏ। ਸਾਇੰਟੀਫਿਕ ਨੇਮ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈਗਾ, ਠੀਕ ਹੈ। ਇਹ ਗ੍ਰੀਕ ਜਾਂ ਫਿਰ ਲੈਟਿਨ ਲੈਂਗੁਏਜ ਜਿਹੜੀ ਹੈਗੀ ਹੈ, ਠੀਕ ਹੈ, ਸੋ ਉੱਥੋਂ ਲਏ ਗਏ, ਲੈਟਿਨਾਈਜ਼ਡ ਕੀਤਾ ਜਾਂਦਾ, ਜਿਵੇਂ ਕਿ ਬਨੀਅਨ ਟਰੀ। ਓਕੇ, ਸੋ ਬਨੀਅਨ ਟਰੀ ਦਾ ਸਾਇੰਟੀਫਿਕ ਨੇਮ ਹੈਗਾ ਫਾਈਕਸ ਬੈਂਗਾਲੈਂਸਿਸ। ਠੀਕ ਹੈ। ਸੋ ਇਹਦੇ ਸਪੀਸੀਜ਼ ਦੇ ਪਿੱਛੇ ਬੈਂਗਾਲੈਂਸਿਸ ਕਿਉਂ ਲਗਾਇਆ, ਠੀਕ ਹੈ, ਕਿਉਂਕਿ ਬਨੀਅਨ ਟਰੀਜ਼ ਮੋਸਟ ਕੋਮਨਲੀ ਪਾਏ ਜਾਂਦੇ ਆ ਕਿੱਥੇ, ਬੰਗਾਲ ਦੇ ਵਿੱਚ। ਤਾਂ ਉਹਦਾ ਨਾਮ ਦੇਖੋ ਉਹਦੇ ਨੇਮ ਤੋਂ ਹੀ ਆ ਗਿਆ, ਜਿੱਥੋਂ ਪਾਇਆ ਜਾਂਦਾ, ਫਾਈਕਸ ਬੈਂਗਾਲੈਂਸਿਸ। ਓਕੇ, ਜੀਨਸ ਨੇਮ ਜਿਹੜਾ ਹੈਗਾ ਉਹ ਸਿੰਗਲ ਵਰਡ ਦਾ ਹੀ ਹੁੰਦਾ, ਹੈ ਨਾ, ਸਿੰਗੂਲਰ ਹੋਏਗਾ, ਪਲੂਰਲ ਨਹੀਂ ਹੋਏਗਾ। ਸਪੈਸੀਫਿਕ ਨੇਮ ਜਿਹੜਾ ਹੈਗਾ, ਠੀਕ ਹੈ, ਉਹ ਸਿੰਗੂਲਰ ਵੀ ਹੋ ਸਕਦਾ, ਕੰਪਾਊਂਡ ਨੇਮ ਵੀ ਹੋ ਸਕਦਾ, ਅਤੇ ਮੋਸਟਲੀ ਉਹ ਐਡਜੈਕਟਿਵ ਹੋਏਗਾ, ਹੈ ਨਾ। ਠੀਕ ਹੈ, ਉਹਦੇ ਤੋਂ ਸਾਨੂੰ ਮਤਲਬ ਸਪੈਸੀਫਿਕ ਨੇਮ ਤੋਂ ਸਾਨੂੰ ਕਿਸੇ ਤਰ੍ਹਾਂ ਦੀ ਵਿਸ਼ੇਸ਼ਤਾ ਵੀ ਪਤਾ ਲੱਗ ਸਕਦੀ ਹੈ ਪਲਾਂਟਸ ਦੀ ਜਾਂ ਫਿਰ ਐਨੀਮਲਸ ਦੀ। ਸੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਕਿ ਸਾਇੰਟੀਫਿਕ ਨੇਮ ਜਿਹੜੇ ਹੈਗੇ ਉਹ ਲੈਟਿਨ ਭਾਸ਼ਾ ਤੋਂ ਲਏ ਗਏ ਆ। ਲਿਖਣ ਦੇ ਵਿੱਚ ਵੀ ਬੱਚੇ ਉਹਨਾਂ ਨੂੰ ਕਾਹਦੇ ਵਿੱਚ ਲਿਖਣਾ ਹੁੰਦਾ, ਇਟੈਲਿਕਸ ਦੇ ਵਿੱਚ ਲਿਖਣਾ ਹੁੰਦਾ। ਮੀਨਸ ਇਟੈਲਿਕਸ ਤੁਸੀਂ ਸਮਝਦੇ ਹੋਣੇ ਆ। ਮੈਂ ਤੁਹਾਨੂੰ ਇੱਕ ਸਾਇੰਟੀਫਿਕ ਨੇਮ ਦਿਖਾਉਂਦੀ ਹਾਂ, ਦੇਖਦੇ ਹੋ ਜਿਹੜੀ ਭਾਸ਼ਾ ਨੂੰ ਆਪਾਂ ਇਸ ਤਰੀਕੇ ਦੇ ਨਾਲ ਲਿਖਦੇ ਹਾਂ ਨਾ, ਥੋੜ੍ਹਾ ਬਰੀਕ ਬਰੀਕ ਕਰਕੇ ਅਤੇ ਟੇਢਾ ਟੇਢਾ ਕਰਕੇ ਲਿਖਦੇ ਹਾਂ, ਉਹਨੂੰ ਇਟੈਲਿਕਸ ਕਹਿੰਦੇ ਆ। ਠੀਕ ਹੈ, ਇਸ ਤਰ੍ਹਾਂ ਸਿੱਧਾ ਨਹੀਂ ਲਿਖਣਾ, ਮਤਲਬ ਕਿ ਇੱਦਾਂ ਨਹੀਂ ਲਿਖਣਾ ਸਾਇੰਟੀਫਿਕ ਨੇਮਸ ਨੂੰ। ਮੈਂ ਇਹ ਪੁਆਇੰਟ ਤੁਹਾਨੂੰ ਅੱਗੇ ਵੀ ਸਮਝਾਉਂਦੀ ਹਾਂ ਡਿਟੇਲ ਦੇ ਵਿੱਚ, ਹੈ ਨਾ। ਸੋ ਇਹਨੂੰ ਇਟੈਲਿਕਸ ਦੇ ਵਿੱਚ ਲਿਖਣਾ। ਹੋਰ ਇੰਪੋਰਟੈਂਟ ਗੱਲ, ਤੁਸੀਂ ਜੇ ਕੱਲ੍ਹ ਨੂੰ ਚਲੋ ਆਫਲਾਈਨ ਕਲਾਸਿਸ ਲੱਗਣਗੇ, ਤੁਹਾਨੂੰ ਪ੍ਰੈਕਟੀਕਲ ਵਰਕ ਕਰਵਾਇਆ ਜਾਂਦਾ, ਤਾਂ ਸਾਇੰਟੀਫਿਕ ਨੇਮ ਜੇਕਰ ਅਸੀਂ ਹੱਥ ਨਾਲ ਲਿਖਦੇ ਹਾਂ ਜਾਂ ਉਹਨੂੰ ਟਾਈਪ ਕਰਕੇ ਲਿਖਦੇ ਹਾਂ ਨਾ, ਤਾਂ ਉਹਨੂੰ ਹਮੇਸ਼ਾ ਹੀ ਕਰਨਾ, ਦਾ ਨੇਮ ਸ਼ੁੱਡ ਬੀ ਅੰਡਰਲਾਈਨਡ, ਉਹਨੂੰ ਅਸੀਂ ਅੰਡਰਲਾਈਨ ਕਰਨਾ ਹੁੰਦਾ। ਜੈਨਰਿਕ ਨੇਮ ਨੂੰ ਅਲੱਗ, ਇਹ ਵੀ ਨਹੀਂ ਹੈ ਇੱਕਦਮ ਸਿੱਧਾ ਅੰਡਰਲਾਈਨ ਕਰਦੇ ਨਾ, ਜੈਨਰਿਕ ਨੇਮ ਨੂੰ ਅਲੱਗ ਅੰਡਰਲਾਈਨ ਕਰਨਾ ਅਤੇ ਸਪੈਸੀਫਿਕ ਨੇਮ ਨੂੰ ਅਲੱਗ ਅੰਡਰਲਾਈਨ ਕਰਨਾ। ਓਕੇ, ਹੋਰ ਖਾਸੀਅਤ ਸਾਇੰਟੀਫਿਕ ਨੇਮਸ ਦੀ, ਸਾਇੰਟੀਫਿਕ ਨੇਮ ਦੇ ਕੇਸ ਦੇ ਵਿੱਚ ਜੈਨਰਿਕ ਨੇਮ ਜਿਹੜਾ ਹੈਗਾ ਉਹਨੂੰ ਹਮੇਸ਼ਾ ਹੀ ਕੈਪੀਟਲ ਲੈਟਰ ਦੇ ਨਾਲ ਲਿਖਦੇ ਆ। ਦੇਖ ਰਹੇ ਹੋ, ਕੈਨਿਸ ਫੈਮਿਲੇਰਿਸ, ਹੈ ਨਾ। ਸੋ ਜੀਨਸ ਦਾ ਪਹਿਲਾ ਲੈਟਰ ਕੈਪੀਟਲ ਹੁੰਦਾ, ਸਪੀਸੀਜ਼ ਦਾ ਪਹਿਲਾ ਲੈਟਰ ਸਮਾਲ ਹੁੰਦਾ। ਹਮੇਸ਼ਾ ਹੀ ਇੱਦਾਂ ਲਿਖਣਾ ਸਾਇੰਟੀਫਿਕ ਨੇਮ ਨੂੰ। ਤੁਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ ਹੋ, ਤੁਸੀਂ ਇਹਨਾਂ ਦੇ ਸਪੈਲਿੰਗ ਵੀ ਚੇਂਜ ਨਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਹੈ ਉਸ ਤਰ੍ਹਾਂ ਹੀ ਰਹਿਣੇ ਆ। ਠੀਕ ਹੈ। ਸੋ ਓਰੀਜਨਲ ਸਪੈਲਿੰਗਸ ਜਿਹੜੇ ਹੈਗੇ ਆ ਰਿਟੇਨਡ ਰਹਿੰਦੇ ਆ। ਸੋ ਦੂਸਰੀ ਗੱਲ, ਠੀਕ ਹੈ, ਜੀਨਸ ਜਿਹੜਾ ਹੈਗਾ ਤੁਸੀਂ ਉਹਦਾ ਪਹਿਲਾ ਲੈਟਰ ਜਿਹੜਾ ਹੈਗਾ ਉਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹੋ, ਸ਼ਾਰਟ ਕਰਕੇ ਵੀ ਲਿਖ ਸਕਦੇ ਹੋ ਤੁਸੀਂ ਜੈਨਰਿਕ ਨੇਮ ਨੂੰ, ਸੀ ਡੋਟ ਫੈਮਿਲੇਰੀਸ, ਹੈ ਨਾ। ਸਪੀਸੀਜ਼ ਤਾਂ ਪੂਰਾ ਪਾਉਣਾ ਹੀ ਪਏਗਾ, ਪਰ ਜਿਹੜਾ ਜੀਨਸ ਹੈਗਾ ਉਹ ਤਾਂ ਤੁਸੀਂ ਇਕੱਲਾ ਫਸਟ ਲੈਟਰ ਵੀ ਲਿਖ ਸਕਦੇ ਹੋ। ਅਤੇ ਦੇਖੋ ਇੱਥੇ ਵੀ ਸੀ ਕੈਪੀਟਲ ਹੀ ਪਾਈ ਹੋਈ ਹੈ। ਠੀਕ ਹੈ ਜੀ। ਸੋ ਇਸ ਤਰੀਕੇ ਦੇ ਨਾਲ ਜੇਕਰ ਕੋਈ ਸਪੀਸੀਜ਼ ਜਾਂ ਫਿਰ ਵੈਰਾਈਟੀ ਦਾ ਵੀ ਨੇਮ ਹੈਗਾ ਤੁਸੀਂ ਪਿੱਛੇ ਲਿਖਣਾ ਚਾਹੁੰਦੇ ਹੋ, ਮੈਂ ਤੁਹਾਨੂੰ ਦੱਸਿਆ ਤੀਸਰੇ ਨੰਬਰ ਦੇ ਉੱਤੇ, ਠੀਕ ਹੈ ਨਾ, ਤਾਂ ਉਹ ਸਮਾਲ ਲੈਟਰ ਦੇ ਵਿੱਚ ਹੀ ਹੁੰਦਾ। ਬਟ ਠੀਕ ਹੈ, ਜੇਕਰ ਤੁਸੀਂ ਉਹ ਜੋ ਵੀ ਸਪੀਸੀਜ਼ ਸਪੈਸੀਫਿਕ ਨੇਮ ਜਾਂ ਵੈਰਾਈਟੀ ਨੇਮ ਲਿਖ ਰਹੇ ਹੋ ਉਹ ਕਿਸੇ ਪਰਸਨ ਜਾਂ ਫਿਰ ਪਲੇਸ ਨੂੰ ਬਿਲੋਂਗ ਕਰਦਾ ਪਿਆ ਨਾ, ਫਿਰ ਤੁਸੀਂ ਕੈਪੀਟਲ ਲੈਟਰ 'ਚ ਲਿਖ ਸਕਦੇ ਹੋ, ਹੈ ਨਾ। ਇਸੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਹਿਊਮਨ ਬੀਇੰਗਸ ਦਾ ਜੇਕਰ ਸਾਇੰਟੀਫਿਕ ਨੇਮ ਦੱਸਾਂ, ਮੈਂ ਪਹਿਲਾਂ ਵੀ ਦੱਸਿਆ ਸੀਗਾ ਹੋਮੋਸੈਪੀਅਨਸ, ਹੈ ਨਾ। ਠੀਕ ਹੈ, ਅਸੀਂ ਉਹਨੂੰ ਇਸ ਤਰੀਕੇ ਨਾਲ ਲਿਖਾਂਗੇ ਹੋਮੋਸੈਪੀਅਨਸ। ਜੀਨਸ ਦਾ ਪਹਿਲਾ ਲੈਟਰ ਵੱਡਾ, ਸਪੀਸੀਜ਼ ਦਾ ਛੋਟਾ। ਨਾ ਤਾਂ ਅਸੀਂ ਦੋਨੋਂ ਲੈਟਰ ਪਹਿਲੇ ਛੋਟੇ ਪਾਵਾਂਗੇ, ਨਾ ਹੀ ਅਸੀਂ ਦੋਨੋਂ ਲੈਟਰ ਵੱਡੇ ਪਾਵਾਂਗੇ। ਹੁਣ ਤੁਸੀਂ ਜੇਕਰ ਕਲਾਸ 'ਚ ਹੁੰਦੇ ਤਾਂ ਮੈਂ ਤੁਹਾਨੂੰ ਪੁੱਛਦੀ, ਠੀਕ ਹੈ, ਵੀ ਇੱਥੇ ਤਾਂ ਸਪੈਲਿੰਗ ਵੀ ਸੇਮ ਹੈ, ਲਿਖਣ ਦਾ ਤਰੀਕਾ ਵੀ ਸੇਮ ਹੈ, ਵੀ ਜੀਨਸ ਦਾ ਫਸਟ ਲੈਟਰ ਕੈਪੀਟਲ, ਸਪੀਸੀਜ਼ ਦਾ ਸਮਾਲ, ਇੱਥੇ ਵੀ। ਪਰ ਇਹਨਾਂ ਦੋਨਾਂ 'ਚ ਫਿਰ ਉਹਨੇ ਕਿਉਂ ਲਿਖਿਆ ਕਿ ਇੱਦਾਂ ਨਹੀਂ ਲਿਖ ਸਕਦੇ? ਇਹ ਕਿਉਂਕਿ ਸਿੰਪਲ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ, ਜਿੱਦਾਂ ਸਿੰਪਲ ਅਸੀਂ ਲਿਖਦੇ ਹਾਂ, ਇਹ ਇਟੈਲਿਕਸ ਦੇ ਵਿੱਚ ਲਿਖਿਆ ਹੋਇਆ, ਇਸ ਕਰਕੇ ਅਸੀਂ ਇਹਨੂੰ ਪ੍ਰੈਫਰ ਕਰਨਾ, ਇੱਦਾਂ ਲਿਖਣਾ ਸਾਇੰਟੀਫਿਕ ਨੇਮ ਨੂੰ। ਓਕੇ, ਇਸੇ ਤਰੀਕੇ ਨਾਲ ਤੁਹਾਡੇ ਕੋਲ ਆ ਗਿਆ ਵੀ ਜੇਕਰ ਤੁਹਾਡੇ ਕੋਲ ਔਥਰ ਦਾ ਨਾਮ ਹੈ ਨਾ, ਕਈ ਵਾਰੀ ਪਿੱਛੇ ਔਥਰ ਦਾ ਨਾਮ ਵੀ ਦਿੱਤਾ ਜਾਂਦਾ ਹੈਗਾ ਜਿਹਨੇ ਡਿਸਕਵਰੀ ਕੀਤੀ ਹੁੰਦੀ ਹੈ ਨੇਮ ਦੀ, ਪਰ ਉਹਨੂੰ ਇਟੈਲਿਕਸ ਦੇ ਵਿੱਚ ਨਹੀਂ ਲਿਖਣਾ। ਠੀਕ ਹੈ, ਜਿਵੇਂ ਕਿ ਰਾਣਾ, ਠੀਕ ਹੈ, ਸੋ ਕੀ ਨਾਮ ਹੈਗਾ, ਰਾਣਾ ਟੈਗਰੀਨਾ, ਇਹ ਫਰੋਗ ਦਾ ਨੇਮ ਹੈ, ਸਾਇੰਟੀਫਿਕ ਨੇਮ ਹੈ। ਪਿੱਛੇ ਕੀ ਪਾ ਦਿੱਤਾ, ਦਾਊਦ, ਹੈ ਨਾ, ਉਹਨੇ ਇਹ ਨੇਮ ਦਿੱਤਾ ਸੀਗਾ। ਮੈਂਜੀਫੇਰਾ ਇੰਡੀਕਾ ਲਿਨ, ਲਿਨ ਇੱਥੇ ਕਿਹਦੇ ਲਈ ਯੂਜ਼ ਕੀਤਾ ਪਿਆ, ਕੈਰਲਸ ਲੀਨੀਅਸ ਦੇ ਲਈ ਯੂਜ਼ ਕੀਤਾ ਗਿਆ, ਪਰ ਉਹਨੂੰ ਅਸੀਂ ਦੇਖਿਆ, ਉਹਨੂੰ ਅਸੀਂ ਇਟੈਲਿਕਸ ਦੇ ਵਿੱਚ ਨਹੀਂ ਲਿਖਿਆ।
ਓਕੇ। ਅੱਛਾ, ਸੋ ਜਦੋਂ ਮਤਲਬ ਡੇਟ ਜਦੋਂ ਤੋਂ ਸਪੈਸੀਫਿਕ ਨੇਮ ਜਿਹੜਾ ਸੀਗਾ ਉਹ ਪਬਲਿਸ਼ ਹੋਇਆ ਸੀਗਾ, ਠੀਕ ਆ, ਉਹਨੂੰ ਵੀ ਐਡ ਕੀਤਾ ਜਾ ਸਕਦਾ। ਫੋਰ ਐਗਜ਼ਾਮਪਲ ਹੋਮੋ ਸੈਪੀਅਨਸ ਲੈਨੀਅਸ, ਲੀਨੀਅਸ ਨੇ ਕੀਤਾ ਸੀ ਨਾ, ਦੇਖੋ ਸਿੰਪਲ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ, ਠੀਕ ਹੈ, ਅਤੇ ਕਦੋਂ ਕੀਤਾ ਸੀ 1758 ਦੇ ਵਿੱਚ। ਓਕੇ, ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਔਰਗੈਨਿਜ਼ਮਸ ਨੂੰ ਕਲਾਸੀਫਾਈ ਕਰਨਾ ਨਾ, ਅੱਗੇ ਮੈਂ ਤੁਹਾਨੂੰ ਪੜ੍ਹਾਉਣਾ ਟੈਕਸੋਨੋ ਦੇ ਵਿੱਚ ਮੈਂ ਤੁਹਾਨੂੰ ਟੈਕਸੋਨੋਮਿਕ ਕੈਟਾਗਰੀਜ਼ ਦੱਸਣੀਆਂ ਨੇ ਕਿ ਅਸੀਂ ਪਲਾਂਟਸ ਅਤੇ ਐਨੀਮਲਸ ਨੂੰ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਰੱਖਦੇ ਹਾਂ। ਇਹਦੇ ਵਿੱਚ ਤੁਹਾਡੇ ਕੋਲ ਆ ਗਿਆ ਕਿ ਜਿਸ ਤਰੀਕੇ ਦੇ ਨਾਲ ਸਾਡਾ ਆਰਡਰ ਖੁਦ ਹਿਊਮਨ ਬੀਇੰਗਸ ਦਾ, ਏਪਸ ਦਾ ਅਤੇ ਮੌਂਕੀਜ਼ ਦਾ ਜਿਹੜਾ ਆਰਡਰ ਹੈ ਨਾ, ਉਹ ਪ੍ਰਾਈਮੇਟ ਹੈ, ਠੀਕ ਹੈ, ਅਤੇ ਸਾਡੀ ਜਿਹੜੀ ਕਲਾਸ ਹੈਗੀ ਹੈ ਉਹ ਕੀ ਹੈ, ਮੈਮੀਲੀਆ। ਇਹਨੂੰ ਵੀ ਕੈਪੀਟਲ ਲੈਟਰ ਦੇ ਨਾਲ ਹੀ ਲਿਖਦੇ ਆ। ਇਸੇ ਤਰੀਕੇ ਦੇ ਨਾਲ ਪਲਾਂਟ ਅਤੇ ਐਨੀਮਲ ਕਿੰਗਡਮਸ ਦੇ ਵਿੱਚ ਹੈ ਨਾ, ਠੀਕ ਹੈ, ਸੋ ਜੈਨਰਿਕ ਨੇਮ ਤਾਂ ਇੱਕ ਵਾਰੀ ਆ ਜਾਂਦਾ, ਪਰ ਫੈਮਿਲੀ ਜਿਹੜਾ ਸਪੈਸੀਫਿਕ ਨੇਮ ਜਿਹੜਾ ਹੈਗਾ ਉਹ ਬੜੀ ਮੈਨੀ ਟਾਈਮਸ ਰਿਪੀਟ ਹੋ ਸਕਦਾ। ਜਿਵੇਂ ਕਿ ਮੈਂਜੀਫੇਰਾ ਇੰਡੀਕਾ ਦੱਸਿਆ ਸੀ ਪਹਿਲਾਂ ਵੀ, ਠੀਕ ਹੈ, ਸੋ ਕਿਹਦਾ ਸਾਇੰਟੀਫਿਕ ਨੇਮ ਹੈਗਾ, ਮੈਂਗੋ ਦਾ, ਪਰ ਹੁਣ ਇਹ ਮੈਂਗੋ ਦਾ ਨੇਮ ਹੈਗਾ, ਠੀਕ ਹੈ, ਅਤੇ ਟੈਮਾਰਿੰਡਸ ਇੰਡੀਕਸ ਹੈ ਨਾ, ਦੇਖੋ ਇੱਥੇ ਵੀ ਉਹੀ ਸਪੀਸੀਜ਼ ਆ ਗਈ ਨਾ, ਇੱਥੇ ਚਲੋ ਇੰਡੀਕਾ ਲਿਖ ਦਿੱਤਾ, ਇੱਥੇ ਇੰਡੀਕਸ ਲਿਖ ਦਿੱਤਾ, ਇਹ ਰਿਪੀਟ ਹੋ ਸਕਦੀ ਹੈ ਸੈਪਰੇਟ ਜੀਨਸ ਦੇ ਨਾਲ, ਠੀਕ ਹੈ, ਜਦ ਕਿ ਇਹ ਮੈਂਗੋ ਦਾ ਸਾਇੰਟੀਫਿਕ ਨੇਮ ਹੈ, ਇਹ ਟੈਮਾਰਿੰਡ, ਪਤਾ ਤੁਹਾਨੂੰ ਟੈਮਾਰਿੰਡ ਕੀ ਹੁੰਦੀ ਹੈ, ਇਮਲੀ, ਉਹਦਾ ਸਾਇੰਟੀਫਿਕ ਨੇਮ ਹੈ, ਪਰ ਕਹਿੰਦਾ ਕਿ ਸਪੀਸੀਜ਼ ਰਿਪੀਟ ਹੋ ਸਕਦੀ ਹੈ, ਪਰ ਜੀਨਸ ਤਾਂ ਡਿਫਰੈਂਟ ਹੈ ਨਾ, ਸਮਝ ਗਏ ਇਸ ਗੱਲ ਨੂੰ, ਠੀਕ ਹੈ। ਸੋ ਸਾਇੰਟੀਫਿਕ ਨੇਮ ਜਿਹੜੇ ਹੈਗੇ ਆ, ਠੀਕ ਹੈ, ਉਹ ਕਿਸੇ ਲੋਕੈਲਿਟੀ ਦੇ ਨਾਮ ਦੇ ਉੱਤੇ ਵੀ ਹੋ ਸਕਦੇ ਆ, ਕਿਸੇ ਬਾਇਓਲੋਜਿਸਟ ਦੇ ਨਾਮ ਦੇ ਉੱਤੇ ਵੀ ਹੋ ਸਕਦੇ ਆ, ਔਥਰ ਦੇ ਨਾਮ ਦੇ ਉੱਤੇ ਵੀ ਹੋ ਸਕਦੇ ਆ, ਹੈ ਨਾ, ਠੀਕ ਆ। ਅੱਛਾ, ਜੇਕਰ ਬਾਈ ਚਾਂਸ ਕੋਈ ਚੇਂਜ ਕਰਨੀ ਪੈ ਜਾਂਦੀ ਹੈ, ਕਿਸੇ ਰੀਜ਼ਨ ਦੇ ਕਰਕੇ ਇਹਨਾਂ ਨੂੰ ਚੇਂਜ ਕਰਨਾ ਪੈ ਜਾਂਦਾ, ਤਾਂ ਫਿਰ ਕੀ ਕੀਤਾ ਜਾ ਸਕਦਾ ਕਿ ਔਥਰ ਦਾ ਨੇਮ ਬ੍ਰੈਕਟ ਦੇ ਵਿੱਚ ਦਿੱਤਾ ਜਾ ਸਕਦਾ। ਜੈਨਰਿਕ ਅਤੇ ਜਿਹੜੇ ਕੋਮਨ ਨੇਮਸ ਹੁੰਦੇ ਆ ਨਾ, ਜਿਵੇਂ ਕਿ ਗੁਰੀਲਾ, ਉਹ ਸੇਮ ਵੀ ਹੋ ਸਕਦੇ ਆ। ਗੁਰੀਲਾ ਜਿਹੜਾ ਏਪ ਹੈਗਾ, ਠੀਕ ਹੈ, ਸੋ ਉਹਦਾ ਸਾਇੰਟੀਫਿਕ ਨੇਮ ਵੀ ਗੁਰੀਲਾ, ਉਹਦਾ ਕੋਮਨ ਨੇਮ ਵੀ ਗੁਰੀਲਾ। ਇਸੇ ਤਰੀਕੇ ਨਾਲ ਯੂਕਲਿਪਟਸ, ਸਫੈਦਾ ਜਿਹੜਾ ਹੁੰਦਾ, ਉਹਦਾ ਸਾਇੰਟੀਫਿਕ ਨੇਮ ਵੀ ਯੂਕਲਿਪਟਸ ਹੈ, ਕੈਪੀਟਲ ਈ ਨਾਲ ਲਿਖ ਦਿੱਤਾ। ਓਕੇ, ਇਸੇ ਤਰੀਕੇ ਦੇ ਨਾਲ ਕਟਲਾ ਹੈ ਨਾ, ਸਾਇੰਟੀਫਿਕ ਨੇਮ ਜੋ ਹੈ, ਕੋਮਨ ਨੇਮ ਜਿਹੜੇ ਦੇਖੋ, ਹਾਂ ਇੱਥੇ ਕੀ ਹੈ ਕਿ ਜੈਨਰਿਕ ਨੇਮ ਅਤੇ ਸਪੀਸੀਜ਼ ਦੋਨੋਂ ਹੀ ਸੇਮ ਹੈ। ਜੈਨਰਿਕ ਨੇਮ ਵੀ ਕਟਲਾ, ਸਪੀਸੀਜ਼ ਨੇਮ ਵੀ ਕਟਲਾ, ਪਰ ਲਿਖਣ 'ਚ ਤਾਂ ਫਰਕ ਹੈ ਨਾ, ਠੀਕ ਹੈ। ਸੋ ਕੈਪੀਟਲ ਸੀ ਨਾਲ ਲਿਖਿਆ ਜੀਨਸ, ਜਦ ਕਿ ਸਪੀਸੀਜ਼ ਦਾ ਨੇਮ ਜਿਹੜਾ ਹੈਗਾ ਸਮਾਲ ਸੀ ਦੇ ਨਾਲ ਲਿਖਿਆ। ਗੋਰੀਲਾ, ਕਟਲਾ ਕੀ ਹੁੰਦੀ ਹੈ ਪਤਾ, ਇੱਕ ਫਰੈਸ਼ ਵਾਟਰ ਫਿਸ਼ ਹੈ। ਸੋ ਦੋ ਗੱਲਾਂ ਇੱਥੇ ਤੁਹਾਨੂੰ ਕੀ ਮੈਂ ਸਮਝਾਈਆਂ, ਮੈਂ ਇੱਕ ਵਾਰੀ ਫਿਰ ਦੱਸ ਦਿੰਦੀ ਹਾਂ ਕਿ ਕੁਛ ਜਾਨਵਰ ਜਿਹੜੇ ਹੁੰਦੇ ਆ ਉਹਨਾਂ ਦਾ ਸਾਇੰਟੀਫਿਕ ਨੇਮ ਵੀ ਸੇਮ ਹੁੰਦਾ, ਕੋਮਨ ਨੇਮ ਵੀ ਸੇਮ ਹੁੰਦਾ। ਦੂਜੀ ਗੱਲ ਮੈਂ ਕੀ ਸਮਝਾਈ ਹੈ, ਠੀਕ ਹੈ, ਕਿ ਕੁਛ ਕੇਸਿਸ ਦੇ ਵਿੱਚ ਜੈਨਰਿਕ ਨੇਮ ਵੀ ਸੇਮ ਹੁੰਦਾ, ਸਪੀਸੀਫਿਕ ਨੇਮ ਵੀ ਸੇਮ ਹੁੰਦਾ। ਕਟਲਾ, ਓਕੇ, ਗੋਰੀਲਾ, ਓਕੇ ਜੀ। ਅਤੇ ਅਗਲਾ ਤੁਹਾਡੇ ਕੋਲ 16th ਪੁਆਇੰਟ ਤੁਹਾਡੇ ਕੋਲ ਆ ਗਿਆ, ਠੀਕ ਹੈ, ਕਿ ਸਪੈਸੀਮਨਸ ਜਿਹੜੇ ਹੈਗੇ ਆ, ਠੀਕ ਹੈ ਨਾ, ਸੋ ਕਈ ਵਾਰੀ ਕੀ ਹੈਗਾ ਕਿ ਉਹਨਾਂ ਵਰਗੇ ਸਾਨੂੰ ਹੋਰ ਸਪੈਸੀਮਨ ਮਿਲ ਜਾਂਦੇ ਆ, ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਟਾਈਪ ਸਪੈਸੀਮਨ। ਉਹ ਟਾਈਪ ਸਪੈਸੀਮਨ ਜਿਹੜੇ ਹੈਗੇ ਆ, ਸੋ ਉਹਨਾਂ ਨੂੰ ਤੁਸੀਂ ਜੋ ਹੈ ਬਹੁਤ ਸੰਭਾਲ ਕੇ ਰੱਖਣਾ, ਉਹ ਬਹੁਤ ਐਡਵਾਂਟੇਜੀਨਸ ਹੈਗੇ ਆ। ਕਿਉਂਕਿ ਤੁਹਾਨੂੰ ਉਹਨਾਂ ਨੂੰ ਦੇਖ ਕੇ ਹੀ ਜਿਹਨੂੰ ਤੁਸੀਂ ਨੇਮਿੰਗ ਕਰਨਾ ਚਾਹੁੰਦੇ ਹੋ ਉਹਦੇ ਕਰੈਕਟਰਿਸਟਿਕਸ ਵੀ ਕਈ ਵਾਰੀ ਪਤਾ ਲੱਗ ਜਾਂਦੇ ਹੈ, ਠੀਕ ਹੈ। ਸੋ ਤੁਹਾਨੂੰ ਉਹਨਾਂ ਦੇ ਨਾਲ ਵੀ ਡੀਲ ਕਰਨਾ ਪੈਂਦਾ, ਜਿੱਦਾਂ ਕਿ ਫੋਰ ਐਗਜ਼ਾਮਪਲ ਮਾਈਕਰੋ ਔਰਗੈਨਿਜ਼ਮਸ ਜੋ ਹੈ ਉਹਨਾਂ ਨੂੰ ਲਾਈਵ ਰੱਖਿਆ ਜਾਂਦਾ, ਉਹਨਾਂ ਨੂੰ ਪ੍ਰਜ਼ਰਵ ਕਰਕੇ ਰੱਖਿਆ ਜਾ ਸਕਦਾ ਲਿਕੁਇਡ ਨਾਈਟ੍ਰੋਜਨ ਦੇ ਵਿੱਚ, ਕਿੰਨੇ ਟੈਂਪਰੇਚਰ ਦੇ ਉੱਤੇ, -196 ਡਿਗਰੀ ਸੈਲਸੀਅਸ ਦੇ ਉੱਤੇ। ਓਕੇ, ਉਹਨਾਂ ਨੂੰ ਤੁਸੀਂ ਪ੍ਰੀਜ਼ਰਵ ਕਰਕੇ ਰੱਖ ਲਓ। ਤੁਸੀਂ ਉਹਨਾਂ ਤੋਂ ਹੋਰ ਤਰ੍ਹਾਂ ਦੇ ਮਾਈਕਰੋ ਔਰਗੈਨਿਜ਼ਮ ਜਿਹੜੇ ਮਿਲਦੇ ਜੁਲਦੇ ਆ ਉਹਨਾਂ ਦੀ ਸਟੱਡੀ ਕਰ ਸਕਦੇ ਹੋ। ਓਕੇ, ਇਸੇ ਤਰੀਕੇ ਦੇ ਨਾਲ, ਠੀਕ ਹੈ, ਜੇਕਰ ਅੱਗੇ ਆਉਣਾ ਤੁਹਾਨੂੰ ਫੈਮਿਲੀ ਨੇਮਸ ਵੀ ਆਉਣੇ ਆ, ਠੀਕ ਹੈ, ਮੰਨ ਲਓ ਸਰਵੀਡੀਏ, ਠੀਕ ਹੈ, ਜਿਹੜੀ ਹੈ ਉਹ ਫੈਮਿਲੀ ਹੈ ਡੀਅਰ ਦੀ, ਹੈ ਨਾ। ਸੋ ਡੀਅਰ ਦਾ ਸਾਇੰਟੀਫਿਕ ਨੇਮ ਕੀ ਹੈਗਾ, ਸਰਵਿਸ, ਤੋਂ ਜੇਕਰ ਫੈਮਿਲੀ 'ਤੇ ਕਹੀ ਤਾਂ ਉਹਦੇ ਪਿੱਛੇ ਕੀ ਲਾ ਦਿੱਤਾ, IDAE, ਹੈ ਨਾ। ਜੇਕਰ ਸਬ ਫੈਮਿਲੀ ਹੁੰਦੀ ਹੈ ਇਹਦੀ ਹੀ ਡੀਅਰ ਦੀ, ਤਾਂ ਉਹਦੇ ਪਿੱਛੇ ਕੀ ਲਗਾ ਦੇਣਾ ਸੀ, ਉਹਦੇ ਜੈਨਰਿਕ ਨੇਮ ਦੇ ਪਿੱਛੇ ਹੀ, ਓਕੇ, ਕੀ ਲਾ ਦੇਣਾ ਸੀ, INAE। ਓਕੇ, ਠੀਕ ਹੈ। ਸੋ ਜੈਨਰਿਕ ਨੇਮ ਤੋਂ ਫੈਮਿਲੀ ਨੇਮ ਔਰ ਸਬ ਫੈਮਿਲੀ ਨੇਮ ਵੀ ਲਿਖਿਆ ਜਾ ਸਕਦਾ। ਓਕੇ, ਬਾਕੀ ਮੈਂ ਤੁਹਾਨੂੰ ਇਹ ਪਹਿਲਾਂ ਵੀ ਦੱਸਿਆ, ਓਰੀਜਨਲ ਸਪੈਲਿੰਗਸ ਜਿਹੜੇ ਹੁੰਦੇ ਆ ਸਾਇੰਟੀਫਿਕ ਨੇਮ ਦੇ ਰਿਟੇਨਡ ਰਹਿੰਦੇ, ਕਦੇ ਵੀ ਚੇਂਜ ਨਹੀਂ ਆਉਂਦੀ ਉਹਨਾਂ ਦੇ ਅੰਦਰ। ਸੋ ਇੰਨਾ ਸੁਣੋ